ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸਿਕ ਬਿਘਨਨ ਕੇ ਨਾਸਿਕ। ਸ੍ਰੀ ਹਰਗੋਬਿੰਦ ਸੁਮਤੀ ਪ੍ਰਕਾਸ਼ਕ। ਗੁਰੂ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਾਰੋਂ ਧਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਸਤਿਗੁਰ ਬਚਨੈ ਹੋਤ ਪਾ ਜਬੈ ਮਹਾ ਸਿੰਘ ਤਨ ਤਿਆਗਿਓ ਤਬੈ। ਪ੍ਰਭ ਪਿਖ ਇਤੁਤ ਝਾੜ ਉਜਾੜ ਬੋਲੇ ਸ੍ਰੀ ਮੁਖ ਸੁਨੋ ਬਿਰਾੜ। ਚੌਪਈ। ਸਤਿਗੁਰ ਬਚਨ ਹੋਤ ਪਾ ਜਬੈ। ਆਪਣੇ ਸਿੰਘ ਪੁੱਤਰ ਜਿੱਥੇ ਸ਼ਹੀਦ ਹੋਏ ਪਏ ਸਨ, ਆਪਣੇ ਚੋਲੇ ਦੇ ਪੱਲੇ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੇ ਚਿਹਰੇ ਪੂੰਝੇ ਔਰ ਆਪਣੀ ਗੋਦ ਵਿੱਚ ਲੈ ਲੈ ਕੇ ਵਰ ਦਿੱਤੇ ਕਿ ਮੇਰਾ 5000 ਹੀ ਹੈ, ਮੇਰਾ 10,000 ਹੀ ਹੈ, ਮੇਰਾ 30,000 ਹੀ ਹੈ, ਮੇਰਾ ਲੱਖਾਂ ਦੀ ਸਰਦਾਰੀ ਭੋਗਣ ਵਾਲਾ ਇਹ ਸਿੰਘ ਹੋਵੇਗਾ। ਇਹ ਬਖਸ਼ਿਸ਼ਾਂ ਕਰਦੇ ਹੋਏ ਨੇਤਰਾਂ ਵਿੱਚੋਂ ਪ੍ਰੇਮ ਦਾ ਪ੍ਰਵਾਹ ਵਗਾਉਂਦੇ ਹੋਏ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰਦੇ ਹੋਏ ਅੱਗੇ ਜਾ ਰਹੇ ਹਨ। ਭਾਈ ਮਾਨ ਸਿੰਘ ਜੀ ਜਿੱਥੇ ਸਹਿਕ ਰਹੇ ਸਨ, ਉਹਨਾਂ ਦੇ ਸੀਸ ਨੂੰ ਆਪਣੀ ਗੋਦ ਵਿੱਚ ਲੈ ਕੇ ਸੱਚੇ ਪਾਤਸ਼ਾਹ ਜੀ ਨੇ ਹਸਤ ਕਮਲ ਛੁਹਾ ਕੇ ਐਸੀ ਆਵਾਜ਼ ਹਜ਼ੂਰ ਸੱਚੇ ਪਾਤਸ਼ਾਹ ਨੇ ਮਾਰੀ, ਕਿਹਾ ਭਾਈ ਮਹਾਨ ਸਿੰਘ ਸਾਡੇ ਦਰਸ਼ਨਾਂ ਦੀ ਇੱਛਾ ਸੀ ਤੇਰੇ ਮਨ ਦੇ ਵਿੱਚ, ਅਸੀਂ ਤੇਰੇ ਪਾਸ ਪਹੁੰਚ ਚੁੱਕੇ ਹਾਂ, ਸਾਡੇ ਦਰਸ਼ਨ ਕਰ। ਹਜ਼ੂਰ ਦੇ ਇਹ ਬਚਨ ਸਨ ਕਿ ਮਾਨੋ ਅੰਮ੍ਰਿਤ ਹੀ ਸਿੰਜ ਦਿੱਤਾ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਭਾਈ ਮਹਾਨ ਸਿੰਘ ਦੇ ਨੇਤਰ ਖੁੱਲੇ। ਗੁਰੂ ਕੇ ਦਰਸ਼ਨ ਵੇਖ ਕਰਕੇ ਬੜਾ ਗੁਰੂ ਕਾ ਪਿਆਰਾ ਪ੍ਰਸੰਨ ਹੋਇਆ। ਹਜ਼ੂਰ ਨੂੰ ਫਤਿਹ ਗਜਾਈ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਪ੍ਰਸੰਨ ਹੋਏ। ਕਹਿਣ ਲੱਗੇ ਭਾਈ ਮਹਾਨ ਸਿੰਘ ਜੋ ਚਾਹੁੰਦਾ ਹੈ ਗੁਰਮੁਖਾ ਮੰਗ ਲੈ, ਕੋਈ ਐਸੀ ਵਸਤੂ ਨਹੀਂ ਜਿਹੜੀ ਤੈਨੂੰ ਅਸੀਂ ਦੇ ਨਾ ਸਕੀਏ। ਜੇ ਚਾਹੇ ਤਾਂ ਤੈਨੂੰ ਜਿਉਂਦਾ ਰੱਖ ਲਈਏ, ਜੇ ਚਾਹੇ ਤਾਂ ਮੁਲਕ ਦਾ ਰਾਜ ਦੇ ਦੇਈਏ, ਜੇ ਚਾਹੇ ਤਾਂ ਤੈਨੂੰ ਸਵਰਗ ਦਾ ਰਾਜ ਦੇ ਦੇਈਏ, ਚਾਹੇ ਤਾਂ ਬ੍ਰਹਮਲੋਕ ਦਾ ਰਾਜ ਤੈਨੂੰ ਦੇਈਏ, ਰਿੱਧੀਆਂ ਸਿੱਧੀਆਂ ਕਰਾਮਾਤਾਂ ਵਾਲਾ ਬਣਾ ਦੇਈਏ, ਜੋ ਚਾਹੇ ਸਿੱਖਾ। ਜੇ ਚਾਹੁੰਦਾ ਤਾਂ 4 ਮੁਕਤੀਆਂ ਬੈਕੁੰਠ ਦੀਆਂ ਦੇ ਦਿੰਦੇ ਹਾਂ। ਸੋ ਪਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਭਾਈ ਮਹਾਨ ਸਿੰਘ ਗੁਰੂ ਕੇ ਚਰਨਾਂ ਦਾ ਪ੍ਰੇਮੀ ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਸੱਚੇ ਪਾਤਸ਼ਾਹ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਤੁਹਾਡੇ ਚਰਨ ਕਮਲਾਂ ਨਾਲ ਪ੍ਰੀਤੀ ਸਦਾ ਵਾਸਤੇ ਜੁੜੀ ਰਹੇ, ਆਪ ਕਿਰਪਾ ਕਰੋ। ਹਜ਼ੂਰ ਫਿਰ ਕਹਿਣ ਲੱਗੇ ਭਾਈ ਮਹਾਨ ਸਿੰਘਾ ਕੋਈ ਵਾਰ ਮੰਗ। ਸੱਚੇ ਪਾਤਸ਼ਾਹ ਅਖੀਰਲੇ ਸਮੇਂ ਤੁਹਾਡੇ ਚਰਨਾਂ ਵਿੱਚ ਮੇਰਾ ਸੀਸ ਪਿਆ ਹੈ, ਐਦੋਂ ਵੱਧ ਹੋਰ ਮੈਂ ਕੀ ਆਪ ਜੀ ਦੇ ਪਾਸੋਂ ਮੰਗਾ। ਨਹੀਂ ਭਾਈ ਮਹਾਨ ਸਿੰਘਾ ਜਦੋਂ ਤੱਕ ਤੂੰ ਕੋਈ ਵਾਰ ਮੰਗ ਲੈ ਲੈਂਦਾ ਤਦੋਂ ਤੱਕ ਸਾਡੇ ਚਿੱਤ ਵਿੱਚ ਪੂਰਾ ਆਨੰਦ ਨਹੀਂ। ਸੋ ਅਸੀਂ ਤੈਨੂੰ ਵਰ ਦਿੱਤਿਆਂ ਤੋਂ ਬਿਨਾਂ ਬੜੇ ਬੇਤਾਬ ਹਾਂ। ਫਿਰ ਹਜ਼ੂਰ ਸੱਚੇ ਪਾਤਸ਼ਾਹ ਦੇ ਹੁਕਮ ਕਰਨ ਤੋਂ ਤੀਜੀ ਵਾਰੀ ਹੁਕਮ ਕਰਨ ਤੋਂ ਸਿੰਘ ਨੇ ਵਿਚਾਰ ਕੀਤੇ ਜੋ ਅੱਜ ਦੁਪਹਿਰੇ ਬੇਦਾਵਾ ਲਿਖਿਆ ਗਿਆ ਸੀ, ਉਸ ਦੀ ਨਾਰਾਜ਼ਗੀ ਹੁਣ ਸੱਚੇ ਪਾਤਸ਼ਾਹ ਦੇ ਮਨ ਵਿੱਚ ਨਹੀਂ ਹੈ।
ਗਰੀਬ ਨਵਾਜ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ, ਜੀ ਆਪ ਕਿਰਪਾਲੂ ਹੋਇਓ ਤਾਂ ਸੱਚੇ ਪਾਤਸ਼ਾਹ ਟੁੱਟੀ ਗੰਢ ਲਓ। ਹਜੂਰ ਕਹਿਣ ਲੱਗੇ, ਭਾਈ ਮਹਾਂ ਸਿੰਘਾ ਜਿਹੜੇ ਕਰ ਗਏ ਤੂੰ ਆਪਣੇ ਵਾਸਤੇ ਮੰਗ। ਸੱਚੇ ਪਾਤਸ਼ਾਹ ਆਪਣੇ ਵਾਸਤੇ ਮੈਂ ਕੀ ਮੰਗਣਾ ਹੈ, ਜੇ ਮੇਰਾ ਕਰਦੇ ਹੋ ਤਾਂ ਸਾਰੇ ਦੇਸ਼ ਨੂੰ ਆਪਣੇ ਚਰਨਾਂ ਨਾਲ ਜੋੜੋ। ਬੜੇ ਸਿੰਘ ਸੂਰਮੇ ਯੋਧੇ ਪਰਮੇਸ਼ਰ ਦੇ ਪਿਆਰੇ ਸਿੱਖੀ ਕਮਾਉਣ ਵਾਲੇ ਸਿੱਖੀ ਸਿੱਖ ਪੈਦਾ ਹੋਣ, ਇਹ ਤੁਹਾਡੀ ਬਖਸ਼ਿਸ਼ ਹੋਵੇ ਸੱਚੇ ਪਾਤਸ਼ਾਹ, ਆਪ ਮਿਹਰਾਂ ਕਰੋ। ਅੰਤਰਜਾਮੀ ਸਤਿਗੁਰੂ ਜੀ ਨੇ ਉਸ ਮੌਕੇ ਤੇ ਇਹ ਸਿੰਘ ਦੀ ਬੇਨਤੀ ਪ੍ਰਵਾਨ ਕੀਤੀ। ਸੱਚੇ ਪਾਤਸ਼ਾਹ ਕਹਿਣਗੇ, ਚੰਗਾ ਭਾਈ ਮਹਾਂ ਸਿੰਘਾ, ਤੇਰੇ ਪਿੱਛੇ ਸਾਰੇ ਦੇਸ਼ ਦੀ ਟੁੱਟੀ ਗੰਢ ਲਈ ਹੈ। ਗਰੀਬ ਨਵਾਜ ਉਹ ਨਹੀਂ ਜੋ ਖੀਸੇ ਵਿੱਚ ਕਾਗਜ਼ ਹੈ ਬੇਦਾਵੇ ਵਾਲਾ, ਉਹ ਮੇਰੀ ਅੱਖਾਂ ਦੇ ਸਾਹਮਣੇ ਪਾੜ ਦਿਓ। ਹਜੂਰ ਸੱਚੇ ਪਾਤਸ਼ਾਹ ਨੂੰ ਕਾਗਜ਼ ਕੱਢਿਆ ਜਿਹੜਾ ਅੱਜ ਹੀ ਸਵੇਰੇ ਲਿਖਿਆ ਗਿਆ ਸੀ ਰਾਮਿਆਣੇ ਨਗਰ ਦੇ ਵਿੱਚ। ਸੱਚੇ ਪਾਤਸ਼ਾਹ ਜੀ ਨੇ ਕੱਢ ਕੇ ਭਾਈ ਮਹਾਂ ਸਿੰਘ ਨੂੰ ਵਿਖਾ ਕੇ ਪੁਰਜਾ ਕਰਕੇ ਪਹਾੜ ਦਿੱਤਾ। ਬਚਨ ਕੀਤੇ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਬਚਨ ਕੀਤੇ ਟੂਟੀ ਗੰਢ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਇਉਂ ਟੁੱਟੀ ਹੋਈ ਭਾਈ ਮਹਾਂ ਸਿੰਘ ਨੇ ਗੰਢਾਈ ਸੀ। ਹਜੂਰ ਕਹਿਣ ਲੱਗੇ, ਵਾਹ ਖਾਲਸਾ ਵਾਹ, ਧੰਨ ਹੈ ਗੁਰੂ ਕੇ ਸਿੰਘਾ। ਸੋ ਇੱਕ ਦੇ ਉੱਪਰ ਹੀ ਪਰਉਪਕਾਰ ਕੀਤੇ ਦਾ ਬੜਾ ਫਲ ਹੁੰਦਾ, ਤੂੰ ਸਾਰੇ ਦੇਸ਼ ਦੇ ਉੱਪਰ ਪਰਉਪਕਾਰ ਸਦਾ ਵਾਸਤੇ ਕੀਤਾ ਹੈ। ਧੰਨ ਹੈ ਗੁਰੂ ਕੇ ਪਿਆਰਿਆ, ਕੀ ਚਾਹੁੰਦਾ ਹੈ ਮਹਾਰਾਜ, ਹੁਣ ਤੁਹਾਡੇ ਚਰਨਾਂ ਵਿੱਚ ਲੀਨ ਹੋ ਜਾਵਾਂ। ਸੱਚੇ ਪਾਤਸ਼ਾਹ ਨੂੰ ਫਤਿਹ ਗਜਾ ਕੇ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਮਹਾਂ ਸਿੰਘ ਲੀਨ ਹੋ ਗਿਆ ਹੈ। ਇਉਂ ਟੁੱਟੀ ਗੰਢਾਈ ਹੈ ਭਾਈ ਮਹਾਂ ਸਿੰਘ ਨੇ। ਸੋ ਇੱਥੋਂ ਤੱਕ ਇਹ ਪ੍ਰਸੰਗ ਰਾਤ ਹੋ ਚੁੱਕਾ ਸੀ। ਅੱਗੇ ਸੁਣੋ, ਜਿਵੇਂ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਸ੍ਰੀ ਮੁਕਤੀ ਦਾ ਸਰੋਵਰ ਆਪ ਕਿਰਪਾ ਕਰਕੇ ਇਹਨਾਂ 40 ਪਿਆਰਿਆਂ ਦੀ ਯਾਦ ਵਿੱਚ ਆਪ ਹੁਕਮ ਕਰ ਰਹੇ ਹਨ। ਵਾਹਿਗੁਰੂ ਸਾਹਿਬ ਜੀਓ, ਸਤਿਗੁਰ ਬਚਨ ਹੋਤ ਪਾ ਜਬੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬੇਦਾਵਾ ਪਾੜ ਕੇ ਟੁੱਟੀ ਗੰਢਣ ਦਾ, ਲੋਕ ਪ੍ਰਲੋਕ ਸਹਾਇਤਾ ਕਰਨ ਦਾ, ਸਾਰੇ ਦੇਸ਼ ਵਿੱਚ ਭਾਵ ਭਗਤੀ ਵਾਲੇ ਗੁਰੂ ਕੇ ਸਿੱਖ ਪੈਦਾ ਹੋਣ ਦਾ ਜਦੋਂ ਬਚਨ ਹੋਇਆ, ਮਹਾਂ ਸਿੰਘ ਤਨ ਤਿਆਗਿਓ ਤਬੈ। ਭਾਈ ਮਹਾਂ ਸਿੰਘ ਜੀ ਉਸ ਵੇਲੇ ਸਤਿਗੁਰੂ ਕਲਗੀਧਰ ਜੀ ਦੀ ਜੋਤ ਵਿੱਚ ਆਪਣੀ ਜੋਤ ਨੂੰ ਮਿਲਾ ਕੇ ਲੀਨ ਹੋ ਗਏ। ਪ੍ਰਭ ਪੇਖ ਇਹ ਤੁਤ ਝਾੜ ਉਜਾੜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਧਰ ਉੱਧਰ ਵੇਖਿਆ, ਸਭ ਝਾੜ ਹਨ ਤੇ ਉਜਾੜ ਹੀ ਉਜਾੜ ਪਈ ਹੈ। ਬੋਲੇ ਸ਼੍ਰੀ ਮੁਖੇ ਸੁਨੋ ਬਿਰਾੜ। ਸੁਭਾਈਮਾਨ ਮੁਖੋਂ ਬੋਲੇ। ਸਤਿਗੁਰੂ ਜੀ ਦੇ ਨਾਲ ਜੋ ਬਰਾੜ ਸਿੰਘ ਸਨ, ਫੌਜ ਵਿੱਚ ਭਰਤੀ ਸਨ, ਪ੍ਰੇਮੀ ਵੀ ਨਾਲ ਸਨ। ਹਜੂਰ ਕਹਿਣਗੇ, ਹੇ ਬਰਾੜ ਸਿੰਘੋ ਸੁਣੋ, 40 ਸਿੰਘਨ ਲੋਥ ਉਠਾਵੋ। ਇਹਨਾਂ 40 ਸਿੰਘਾਂ ਦੀਆਂ ਲੋਥਾਂ ਉਠਾਉਣਾ ਕਰੋ। ਈਂਧਨ ਗਨ ਬਟੋਰ ਕਰ ਲਿਆਵੋ। ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਇੱਕ ਥਾਂ ਤੇ ਲਿਆਓ। ਇੱਕ ਥਲ ਦੀਰਘ ਚਿਤਾ ਬਣਾਵੋ। ਸੋ ਇੱਕ ਥਾਂ ਤੇ ਵੱਡੀ ਭਾਰੀ ਚਿਖਾ ਬਣਾਉਣੀ ਕਰੋ। ਸੰਸਕਾਰ ਹੋ ਸਭ ਬਿਲਮ ਨਾ ਲਾਵੋ। ਇਹਨਾਂ ਸਾਰਿਆਂ ਸਿੰਘਾਂ ਦਾ ਇੱਕੋ ਹੀ ਅੰਗੀਠਾ ਸਾਰੇ ਭਰਾਵਾਂ ਦਾ ਬਣਾ ਕੇ ਇਹਨਾਂ ਦਾ ਸੰਸਕਾਰ ਕਰ ਦੇਣਾ ਹੈ। ਦੇਰ ਨਾ ਕਿਸੇ ਪ੍ਰਕਾਰ ਦੀ ਲਾਓ। ਦਿਨ ਡੁੱਬਣ ਤੇ ਪਹੁੰਚ ਚੁੱਕਾ ਸੀ। ਸੋ ਇਹ ਵਿਸਾਖ ਦੇ ਦਿਨ ਸਨ। ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਕੌਤਕ ਵਰਤਾਇਆ ਹੈ, ਹਜੂਰ ਕਹਿਣਗੇ, ਦੇਰ ਨਾ ਲਾਓ, ਸੰਸਕਾਰ ਕਰ ਦਿਓ। ਇਹ ਸੰਗੀ ਸੁਣ ਕੇ ਤਤਕਾਲਾ। ਜਿਹੜੇ ਸਤਿਗੁਰੂ ਜੀ ਦੇ ਨਾਲ ਦੇ ਸਨ ਸਿੰਘ, ਹਜੂਰ ਦਾ ਹੁਕਮ ਸੁਣ ਕਰਕੇ ਝੱਟ ਸੁੱਕੇ ਕਾਸ਼ਟ ਸੰਚ ਬਿਸਾਲਾ। ਬਹੁਤ ਸਾਰੇ ਸੁੱਕੇ ਕਾਸ਼ਟ ਲੱਕੜਾਂ ਸੰਚੈ ਇਕੱਠੀਆਂ ਕੀਤੀਆਂ। ਬੀਨ ਬੀਨ ਸਿੰਘਨ ਕਹੋ ਆਨਾ। ਫਿਰ ਚੁਣ ਕੇ ਤੁਰਕਾਂ ਦੀਆਂ ਲੋਥਾਂ ਦੇ ਵਿੱਚੋਂ ਚੁਣ ਕੇ, ਕਿਉਂਕਿ ਹਜ਼ਾਰਾਂ ਤੁਰਕ ਤੇ ਇੱਕ ਸਿੰਘ ਦੀ ਕਿਤੇ ਲੋਥ ਪਈ ਹੈ, ਉਹਨਾਂ ਦੇ ਵਿੱਚੋਂ ਚੁਣ ਕੇ ਸਿੰਘਾਂ ਦੇ ਸਰੀਰਾਂ ਨੂੰ ਲਿਆਂਦਾ। ਮਰਿਓ ਸਮੂਹ ਮਰਿਓ ਤੁਰਕਾਨਾ। ਕਿਉਂਕਿ ਉੱਥੇ ਸਮੂਹ ਬਹੁਤ ਸਾਰਾ ਤੁਰਕਾਨਾ ਮਰਿਆ ਹੋਇਆ ਸੀ। ਇੱਕ ਸਿੰਘ ਸੈਂਕੜੇ ਹਜ਼ਾਰਾਂ ਨੂੰ ਮਾਰ ਕੇ ਸ਼ਹੀਦ ਹੋਇਆ ਸੀ। ਲੜੇ ਮਰੇ ਮਿਲ ਤਿੰਨ ਮੋਹ ਪਰੇ। ਸੋ ਜਿਹੜੇ ਲੜੇ ਸਨ, ਸੋ ਉਹ ਸਾਰੇ ਮਰ ਗਏ ਸਨ ਤੁਰਕ। ਉਹਨਾਂ ਦੇ ਵਿੱਚ ਮਿਲੇ ਪਏ ਸਨ ਗੁਰੂ ਕੇ ਸਿੰਘਾਂ ਦੇ ਸਰੀਰ ਵੀ। ਜਹ ਸੰਗਰਾਮ ਖੇਤ ਵੱਢ ਕਰੇ। ਜਿੱਥੇ ਬੜਾ ਭਾਰੀ ਜੰਗ, ਭੂਮਕਾ ਵਾਲੇ ਸਥਾਨ ਤੇ ਬੜਾ ਭਾਰੀ ਜੰਗ ਜਿੱਥੇ ਕੀਤਾ ਸੀ, ਬਹੁਤ ਸਿੰਘਨ ਤਤਕਾਲ ਉਠਾਏ। ਬਹੁਤ ਸਾਰੇ ਸਿੰਘਾਂ ਨੇ ਇਹਨਾਂ 40 ਸਿੰਘਾਂ ਦੇ ਸਰੀਰਾਂ ਨੂੰ ਚਾਟੀ ਉਠਾ ਲਿਆ, ਚੱਕ ਲਿਆ। ਵੱਡੀ ਚਿਤਾ ਕੇ ਬੀਚ ਟਿਕਾਏ। ਇੱਕ ਵੱਡੀ ਭਾਰੀ ਚਿਖਾ ਬਣਾ ਕਰਕੇ ਸ਼ਹੀਦਗੰਜ ਜਿਸ ਸਥਾਨ ਦਾ ਨਾਮ ਹੈ, ਇੱਕ ਹੀ ਚਿਖਾ ਦੇ ਵਿੱਚ ਸਾਰਿਆਂ ਦੇ ਸਰੀਰ ਟਿਕਾ ਦਿੱਤੇ ਸਭ ਭਰਾਵਾਂ ਨੇ। ਉੱਪਰ ਸਮਦਾ ਧਰ ਸਮਦਾਈ। ਉੱਪਰ ਵੀ ਬਹੁਤ ਸਾਰੀਆਂ ਲੱਕੜੀਆਂ ਰੱਖ ਕਰਕੇ ਕਰ ਅਗਨੀ ਪਰ ਜਲਤ ਲਗਾਈ। ਉਸ ਵੇਲੇ ਧੰਨ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਆਪ ਫਿਰ ਅਰਦਾਸ ਕੀਤੀ ਅਕਾਲ ਪੁਰਖ ਦੇ ਚਰਨਾਂ ਵਿੱਚ, ਔਰ ਜਪਜੀ ਸਾਹਿਬ ਦਾ ਪਾਠ ਕਰਕੇ। ਸੋ ਉਸ ਵੇਲੇ ਸਿੰਘਾਂ ਨੇ ਇਹਨਾਂ 40 ਮੁਕਤਿਆਂ ਦੇ 40 ਸਿੰਘਾਂ ਦੇ ਚਿਖਾ ਨੂੰ ਅੱਗ ਲਾਉਣਾ ਕੀਤੀ, ਚੰਡਾ ਲਾਇਆ ਹੈ।
ਸੋ ਨਾਲ ਕੀਰਤਨ ਸੋਹਰੇ ਦਾ ਪਾਠ ਕਰ ਰਹੇ ਹਨ। ਆਪ ਖਰੇ ਸਤਿਗੁਰ ਤਹਿ ਭਏ। ਖਾਲਸਾ ਜੀ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ 40 ਸਿੰਘਾਂ ਦਾ ਜਿੱਥੇ ਚਿਖਾ ਬਣੀਆਂ ਦਸਮ ਪਾਤਸ਼ਾਹ ਜੀ ਆਪ ਖੜੇ ਹਨ ਪਾਸ। ਭਸਮ ਦੇਹ ਸਗਰੇ ਕਰ ਦਏ। ਸਾਰਿਆਂ ਦੀਆਂ ਦੇਹਾਂ ਨੂੰ ਉਸ ਵੇਲੇ ਭਸਮ ਕਰ ਦਿੱਤਾ, ਸੰਸਕਾਰ ਕਰ ਦਿੱਤਾ। ਮਹਿਮਾ ਅਦਕ ਸਰੋਵਰ ਕੇਰੀ। ਫਿਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਸਰੋਵਰ ਦੀ ਬੜੀ ਭਾਰੀ ਮਹਿਮਾ ਸ੍ਰੀ ਮੁਖ ਤੇ ਬਰਨੀ ਬਹੁ ਤੇਰੀ। ਸੁਭਾਏਮਾਨ ਮੁਖੋਂ ਬਹੁਤ ਸਾਰੀ ਮਹਿਮਾ ਕਹਿਣਾ ਕੀਤੀ ਸੱਚੇ ਪਾਤਸ਼ਾਹ ਜੀ ਨੇ। ਜਹ ਰਿਖ ਏਕ ਸਾਧ ਤਪ ਮਰੈ। ਕਹਿੰਦੇ ਭਾਈ ਜਿੱਥੇ ਕੋਈ ਇੱਕ ਅੱਧਾ ਰਿਖੀ ਤਪ ਸਾਧ ਕੇ ਉਹ ਆਪਣੇ ਸਰੀਰ ਤਿਆਗਣਾ ਕਰੇ। ਪੁੰਨ ਸਥਾਨ ਤਾਹੀਂ ਜਾਗਰ ਰਹਿ। ਸਾਰਾ ਜਗਤ ਰਹਿ ਉਚਾਰਦਾ ਕਿ ਬੜਾ ਭਾਰੀ ਪੁੰਨ ਵਾਲਾ ਥਾਂ ਹੈ, ਉਹ ਤੀਰਥ ਬਣ ਜਾਂਦਾ ਹੈ। ਸੋ ਜਿੱਥੇ ਕੋਈ ਇੱਕ ਵੀ ਮਹਾਤਮਾ ਤਪੱਸਿਆ ਕਰਕੇ ਸਰੀਰ ਤਿਆਗੇ ਉਹ ਥਾਂ ਨੂੰ ਲੋਕੀ ਪਵਿੱਤਰ ਕਹਿੰਦੇ ਹਨ, ਤੀਰਥ ਕਹਿੰਦੇ ਹਨ। ਇਸ ਥਲ ਸਿੰਘ ਸਿਦਕ ਬਹੁ ਵੱਡੇ। ਪਰ ਇਸ ਥਾਂ ਤੇ ਕਹਿੰਦੇ ਗੁਰੂ ਕੇ ਸਿੰਘਾਂ ਨੇ ਬੜਾ ਭਾਰੀ ਸਿਦਕ ਵਧਾਉਣਾ ਕੀਤਾ ਹੈ। ਲੜ ਤੁਰਕਨ ਮਨ ਤਨ ਸਭ ਛੱਡੇ। ਸੋ ਤੁਰਕਾਂ ਨੇ ਲੜ ਕਰਕੇ ਮਨੋਂ ਲਾ ਕੇ ਲੜ ਕੇ ਗੁਰੂ ਕੇ ਪਿਆਰਿਆਂ ਨੇ ਸਰੀਰ ਇੱਥੇ ਛੱਡੇ ਹਨ। ਸੋ ਕੁਰਬਾਨੀ ਕੀਤੀ ਹੈ, ਧਾਰਮਿਕ ਯੁੱਧ ਵਿੱਚ ਜੂਝ ਕੇ ਸ਼ਹੀਦ ਹੋਏ ਹਨ। ਮਕਰ ਸੰਕਰ ਖਾਣੇ ਅਰ ਕੀ ਹੋਏ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਹਿ ਪ੍ਰਵਾਣੋ। ਸੂਰੇ ਸੇਈ ਆਗੈ ਆਖੀਆ ਦਰਗਾਹ ਪਾਵੈ ਸਾਚੀ ਮਾਣੋ। ਸੱਚੀ ਦਰਗਾਹ ਵਿੱਚ ਮਾਣ ਆਦਰ ਸਤਿਕਾਰ ਗੁਰੂ ਕੇ ਪਿਆਰੇ ਪਾਉਂਦੇ ਹਨ। ਜਿਹੜੇ ਧਾਰਮਿਕ ਯੁੱਧ ਵਿੱਚ ਜੂਝ ਕੇ ਗੁਰੂ ਕੇ ਪਿਆਰੇ ਜੋ ਸ਼ਹੀਦੀ ਪ੍ਰਾਪਤ ਕਰਨ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਥਾਵਾਂ ਤੇ ਤਾਂ ਇੱਕ ਆਦਮੀ ਜੇ ਕੋਈ ਚੜ੍ਹਾਈ ਕਰੇ ਤਾਂ ਉੱਥੇ ਤੀਰਥ ਬਣ ਜਾਂਦਾ। ਇੱਥੇ 40 ਸਿੰਘਾਂ ਨੇ ਕੇਵਲ ਧਰਮ ਦੀ ਰੱਖਿਆ ਵਾਸਤੇ, ਜ਼ੁਲਮ ਦਾ ਨਾਸ਼ ਕਰਨ ਵਾਸਤੇ ਸੋ ਆਪਣੇ ਸਰੀਰ ਤਿਆਗੇ ਹਨ। ਇਸ ਵਾਸਤੇ ਜਦੋਂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜਦੋਂ ਮਕਰ ਰਾਸ਼ੀ ਹੋਵੇ ਤੇ ਉਸ ਵੇਲੇ ਮਕਰ ਮਾਘ ਦੀ ਸੰਕਰਖਣ ਸੰਗਰਾਂਦ ਹੋਵੇ, ਉਸ ਦਾ ਜਦੋਂ ਸੂਰਜ ਹੋਵੇ ਮਾਘ ਦੀ ਆਪਣੇ ਮਕਰ ਰਾਸ਼ੀ ਦਾ ਸੂਰਜ ਹੋਵੇ, ਭਾਵ ਜਿਸ ਦਿਨ ਮਾਘੀ ਦੀ ਸੰਗਰਾਂਦ ਹੋਵੇ। ਆਨ ਇਸ਼ਨਾਨ ਹੈ ਜੇ ਨਰ ਕੋਏ। ਜਿਹੜਾ ਕੋਈ ਆ ਕੇ ਇਸ਼ਨਾਨ ਕਰੇਗਾ ਮਕਰ ਰਾਸ਼ੀ ਮਾਘ ਦੀ ਸੰਗਰਾਂਦ ਦਾ ਅਰਥ ਹੀ ਸੂਰਜ ਦਾ ਨਾਮ ਹੈ। ਸੰਕਰਖਣ ਤੋਂ ਮੁਰਾਦ ਸੰਗਰਾਂਦ ਹੈ। ਜਦੋਂ ਮਕਰ ਰਾਸ਼ੀ ਵਿੱਚ ਸੂਰਜ ਪ੍ਰਵੇਸ਼ ਕਰੇ, ਭਾਵ ਜਦੋਂ ਮਾਘੀ ਦਾ ਮਹੀਨਾ ਜਿਸ ਦਿਨ ਚੜ੍ਹੇ ਉਸ ਦਿਨ ਆਨ ਇਸ਼ਨਾਨ ਹੈ ਜੇ ਨਰ ਕੋਏ। ਜੇ ਕੋਈ ਆਦਮੀ ਸਰਦਾ ਤੇ ਭਾਵਨਾ ਦੇ ਨਾਲ ਇਸ ਸਰੋਵਰ ਵਿੱਚ ਮੁਕਤਸਰ ਸਾਹਿਬ ਦੇ ਵਿੱਚ ਆ ਕੇ ਇਸ਼ਨਾਨ ਕਰੇਗਾ। ਇਹ ਸਤਿਗੁਰੂ ਕਲਗੀਧਰ ਜੀ ਨੇ ਆਪ ਹੀ ਮਾਘੀ ਦਾ ਮਹਾਤਮ ਰੱਖਿਆ ਹੈ। ਭਾਵੇਂ ਜੰਗ ਵਿਸਾਖ ਦੇ ਮਹੀਨੇ ਵਿੱਚ ਹੋਇਆ ਸੀ, ਪਰ ਹਜ਼ੂਰ ਅੰਤਰਜਾਮੀ ਸਤਿਗੁਰੂ ਜੀ ਜਾਣਦੇ ਸਨ। ਉਸ ਮੌਕੇ ਖਾਲਸਾ ਜੀ ਅੱਜ ਕੱਲ੍ਹ ਵਰਗੀਆਂ ਨਹਿਰਾਂ ਤੇ ਪਾਣੀ ਨਹੀਂ ਸੀ। ਅੱਜ ਕੱਲ੍ਹ ਤਰ੍ਹਾਂ ਉੱਥੇ ਮੁਕਤਸਰ ਸਾਹਿਬ ਵੱਡਾ ਭਾਰੀ ਸ਼ਹਿਰ ਨਹੀਂ ਸੀ ਵਸ ਰਿਹਾ। ਨੇੜੇ ਨੇੜੇ ਜਿਹੜੇ ਪਿੰਡ ਵਸੇ ਹੋਏ ਸਨ ਕੋਈ ਨਹੀਂ ਸੀ। ਬੜੀ ਉਜਾੜ ਹੀ ਉਜਾੜ ਤੇ ਟਿੱਬੇ ਸਨ। ਥੋੜ੍ਹਾ ਜਿਹਾ ਨੀਵਾਂ ਥਾਂ ਇਹ ਖਦਰਾਣੇ ਦੀ ਢਾਬ ਸੀ, ਪਰ ਇਹਦੇ ਵਿੱਚ ਵੀ ਹੁਣ ਜਲ ਖੁਸ਼ਕ ਹੋ ਚੁੱਕਾ ਸੀ। ਸੋ ਇਸ ਵਾਸਤੇ ਹਜ਼ੂਰ ਨੇ ਗਰਮੀ ਦੀ ਵਿਚਾਰ ਕਰਕੇ ਪਾਣੀ ਦੀ ਕਿੱਲਤ ਜਾਣ ਕੇ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਤਮ ਮਾਘੀ ਵਾਲੇ ਦਿਨ ਦਾ ਆਪ ਕਲਗੀਧਰ ਜੀ ਨੇ ਫਰਮਾਇਆ ਹੈ। ਸੋ ਕਹਿੰਦੇ ਇਸ ਦਿਨ ਜੇ ਕੋਈ ਆ ਕੇ ਇਸ਼ਨਾਨ ਕਰੇ ਮਨੋ ਕਾਮਨਾ ਪ੍ਰਾਪਤ ਸੋ। ਉਹਦੀਆਂ ਜੋ ਮਨ ਵਿੱਚ ਕਾਮਨਾ ਕਰੇਗਾ ਉਹਦੀ ਕਾਮਨਾ ਪੂਰੀ ਹੋ ਜਾਵੇਗੀ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਪਵਿੱਤਰ ਬਚਨ ਹਨ। ਪਾਪ ਕਰੇ ਗਨ ਪੈ ਸਭ ਖੋ। ਇਹ ਬਹੁਤ ਸਾਰੇ ਪਾਪ ਕਰਕੇ ਜੇ ਕਿਸੇ ਨੇ ਆਪਣੀ ਉਮਰ ਸਾਰੀ ਗਵਾ ਲਈ ਹੋਵੇ। ਬੰਦ ਹੈ ਗੰਜ ਸ਼ਹੀਦਨ ਕੇਰਾ। ਪਰ ਜਿਹੜਾ ਆ ਕੇ ਇੱਥੇ ਸ਼ਹੀਦਗੰਜ ਆ ਕੇ ਜੇ ਮੱਥਾ ਟੇਕੇਗਾ, ਜਿੱਥੇ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਉਸ ਗੁਰਦੁਆਰੇ ਸਾਹਿਬ ਦਾ ਨਾਮ ਸ਼ਹੀਦਗੰਜ ਹੈ। ਜਿੱਥੇ ਟੁੱਟੀ ਗੰਢੀ ਉਸ ਗੁਰਦੁਆਰੇ ਦਾ ਸਾਹਿਬ ਦਾ ਨਾਮ ਹੀ ਟੁੱਟੀ ਗੰਢੀ ਸਾਹਿਬ ਹੈ। ਸ਼ਹੀਦਗੰਜ ਜੋ ਗੁਰਦੁਆਰਾ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਇਹ ਕੋਈ ਉੱਥੇ ਆ ਕੇ ਬੰਦਨਾ ਕਰੇ ਪਰ ਅੱਗੇ ਵਾਸਤੇ ਪਾਪ ਕਰਨ ਤੋਂ ਨਫ਼ਰਤ ਕਰੇ। ਸੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੇ ਸੱਚੇ ਪਾਤਸ਼ਾਹ ਅੱਗੇ ਨਹੀਂ ਮੈਂ ਕੋਈ ਪਾਪ ਕਰਾਂਗਾ, ਮੇਰੇ ਪਿਛਲੇ ਔਗਣ ਕਿਰਪਾ ਕਰਕੇ ਬਖਸ਼ਾ ਦਿਓ। ਜੇ ਕੋਈ ਸਰਦਾ ਭਾਵਨਾ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਕਰਾਵੇ, ਸਰੋਵਰ ਵਿੱਚ ਇਸ਼ਨਾਨ ਕਰੇ ਸਣੇ ਕੇਸੀ, ਤੇ ਫਿਰ ਸ਼ਹੀਦਗੰਜ ਵਾਲੇ ਥਾਂ ਤੇ ਜਾ ਕੇ ਜੇ ਕੋਈ ਨਮਸਕਾਰ ਕਰੇ ਧਨ ਦੇਵ ਹੈ ਨਿਤਵਤ ਹੈ ਵਧੇਰਾ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਸੋ ਉਹਨਾਂ ਗੁਰੂ ਕੇ ਪਿਆਰਿਆਂ ਦੇ ਸਾਰੇ ਪਾਪ ਨਾਸ ਹੋ ਜਾਣਗੇ, ਕੋਈ ਪਾਪ ਨਹੀਂ ਉਹਨਾਂ ਦਾ ਰਹੇਗਾ। ਜੇ ਧਨ ਦੀ ਇੱਛਾ ਹੋਵੇਗੀ ਤਾਂ ਜੇ ਕੋਈ ਉੱਥੇ ਜਾ ਕੇ ਧਨ ਦੇਵੇਗਾ ਮੁਕਤਸਰ ਸਾਹਿਬ ਦੇ ਵਿੱਚ, ਜੇ ਕੋਈ ਜਾ ਕੇ ਗੁਰੂ ਕੇ ਗੋਲਕ ਵਿੱਚ ਧਨ ਪਾਵੇਗਾ, ਗੁਰੂ ਕੇ ਚਰਨਾਂ ਵਿੱਚ ਦਸਵੰਧ ਦਾ ਧਨ ਦੇਵੇਗਾ,
ਜੇ ਧਨ ਦੀ ਇੱਛਾ ਹੋਈ ਤਾਂ ਧਨ ਵੀ ਬੜਾ ਭਾਰੀ ਬਹੁਤ ਤੋਂ ਬਹੁਤ ਵਧੇਗਾ। ਅਬ ਤੇ ਨਾਮ ਮੁਕਤਸਰ ਹੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਤੋਂ ਲੈ ਕੇ ਇਸ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਹੋਵੇਗਾ। ਇਹ ਮੁਕਤੀ ਦਾ ਸਰੋਵਰ ਹੈ। ਖਾਲਸਾ ਜੀ ਲੋਕਾਂ ਨੇ ਸਰੋਵਰ ਲਾਏ, ਲੋਕਾਂ ਨੇ ਆ ਹੁਣੇ ਆਉਣਾ ਨਾ, ਕੁੰਭ ਕਹਿੰਦੇ ਕੁੰਭ ਆਉਣਾ ਹੈ ਇਸ ਵਾਰੀ ਚੇਤ ਦੇ ਵਿੱਚ 12 ਸਾਲਾਂ ਤੋਂ ਬਾਅਦ। ਸੋ ਹਰਿਦੁਆਰ, ਪਰ ਉਹ ਕੇਵਲ ਪਾਣੀ ਦਾ ਕੁੰਭ ਹੈ। ਸੋ ਉਹ ਕਿਤੇ 12 ਸਾਲ ਤੋਂ ਬਾਅਦ ਆਉਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਸਦਾ ਵਰਤ ਲਾ ਦਿੱਤਾ। ਸਾਲ ਤੋਂ ਬਾਅਦ ਇਹ ਕੁੰਭ ਆਵੇਗਾ, ਬਲਕਿ ਸਾਲ ਦੇ ਵਿੱਚ 12 ਕੁੰਭ। ਮਹੀਨੇ ਤੋਂ ਬਾਅਦ ਜਿਹੜੀ ਮੱਸਿਆ ਹੈ ਉੱਥੇ ਆ ਕੇ ਕੋਈ ਇਸ਼ਨਾਨ ਕਰੇ, ਨਹੀਂ ਤਾਂ ਵੱਧ ਤੋਂ ਵੱਧ 12 ਮਹੀਨਿਆਂ ਤੋਂ ਬਾਅਦ ਜਦੋਂ ਮਾਘੀ ਦੀ ਸੰਗਰਾਂਦ ਹੋਵੇ ਉਸ ਦਿਨ ਕੋਈ ਇਸ਼ਨਾਨ ਕਰੇ। ਸੋ ਇਹਨਾਂ ਕੁੰਭਾਂ ਦੇ ਉੱਪਰ ਜਾ ਕੇ ਕੁਛ ਪਾਪ ਲੈਂਦੇ ਹਨ, ਕੁਛ ਪੁੰਨਾਂ ਦੇ ਵਿੱਚ ਆਦਮੀ ਪ੍ਰਵਿਰਤ ਹੁੰਦਾ ਹੈ। ਪਰ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਸਰੋਵਰ ਕਿਸ ਗੱਲ ਦਾ ਲਾਇਆ? ਮੁਕਤੀ ਦਾ ਸਰੋਵਰ ਹੈ। ਦੁਨੀਆ ਦੇ ਵਿੱਚ ਕੋਈ ਇਤਿਹਾਸ ਨਹੀਂ ਐਸਾ ਜਿੱਥੇ ਕਿਸੇ ਪੀਰ ਪੈਗੰਬਰ ਅਵਤਾਰ ਨੇ ਕੋਈ ਮੁਕਤੀ ਦਾ ਸਰੋਵਰ ਵੀ ਲਾਇਆ ਹੋ। ਇਹ ਮੁਕਤੀ ਦਾ ਸਰੋਵਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਲਾਇਆ। ਜਿਹੜਾ ਵੀ ਜਾ ਕੇ ਇਸ਼ਨਾਨ ਕਰੇ, ਜਿਹੜਾ ਅੰਮ੍ਰਿਤ ਧਾਰੀ ਹੋਵੇ, ਰਹਿਤ ਵਿੱਚ ਤਿਆਰ ਪੁਰ ਤਿਆਰ ਸਣੇ ਕੇਸੀ ਇਸ਼ਨਾਨ ਕਰੇ, ਜਪਜੀ ਸਾਹਿਬ ਦਾ ਪਾਠ ਸਰੋਵਰ ਦੇ ਵਿੱਚ ਕਰੇ ਮਾਘੀ ਵਾਲੇ ਦਿਨ, ਸੋ ਉਹ ਗੁਰੂ ਕੇ ਪਿਆਰੇ ਚਿੱਤ ਦੀ ਇਕਾਗਰਤਾ ਹੋਣ ਕਰਕੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਨ ਤੋਂ ਉਹਦੀ 84 ਸਤਿਗੁਰੂ ਸੱਚੇ ਪਾਤਸ਼ਾਹ ਜੀ ਕੱਟ ਦਿੰਦੇ ਹਨ। ਹਜੂਰ ਕਹਿੰਦੇ ਇਸ ਸਰੋਵਰ ਦਾ ਨਾਮ ਮੁਕਤੀ ਦਾ ਸਰੋਵਰ ਹੋਵੇਗਾ। ਖਿਦਰਾਣਾ ਇਸ ਕਹਿ ਨਾ ਕੋਏ। ਇਹਨੂੰ ਅੱਜ ਤੋਂ ਅੱਗੇ ਕਹਿੰਦੇ ਖਦਰਾਣੇ ਦੀ ਧਾਤ ਨਹੀਂ ਕਦੇ ਕਿਸੇ ਨੇ ਵੀ ਕਹਿਣਾ। ਮੁਕਤਸਰ ਸਾਹਿਬ ਇਸ ਦਾ ਨਾਮ ਰੱਖ ਦਿੱਤਾ। ਇਸ ਥਾਲੇ ਮੁਕਤ ਭਏ ਸਿੱਖ 40। ਕਿਉਂਕਿ ਇਸ ਥਾਂ ਤੇ ਹਜੂਰ ਕਹਿੰਦੇ 40 ਸਿੰਘ ਮੁਕਤ ਹੋਏ ਹਨ। ਕਈ ਕਹਿੰਦੇ ਚਮਕੌਰ ਸਾਹਿਬ ਵਾਲੇ 40 ਮੁਕਤਿਆਂ ਦਾ ਨਾਮ ਹੋਵੇਗਾ ਅਰਦਾਸ ਵਿੱਚ, ਪਰ ਨਹੀਂ। ਉੱਥੇ ਚਮਕੌਰ ਸਾਹਿਬ ਦੇ ਵਿੱਚ 37 ਸਿੰਘ ਸ਼ਹੀਦ ਹੋਏ ਨੇ, ਉੱਥੇ 40 ਨਹੀਂ ਸ਼ਹੀਦ ਹੋਏ। ਉੱਥੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਮੇਤ 40 ਸਿੰਘ ਸਨ। ਸੋ ਇਹਨਾਂ ਤਿੰਨਾਂ ਸਿੰਘਾਂ ਨੂੰ ਹਜੂਰ ਨੇ ਨਾਲ ਲੈ ਲਿਆ ਸੀ ਜਦੋਂ ਅੱਗੇ ਗਏ ਹਨ। ਇਸ ਵਾਸਤੇ 37 ਸਿੰਘ ਉੱਥੇ ਸ਼ਹੀਦ ਹੋਏ ਨੇ। ਸੋ ਇੱਥੇ 40 ਸ਼ਹੀਦ ਹੋਏ ਨੇ ਮੁਕਤਸਰ ਸਾਹਿਬ। ਹਜੂਰ ਕਹਿਣ ਲੱਗੇ ਇੱਥੇ 40 ਸਿੰਘ ਜਿੱਥੇ ਮੁਕਤ ਹੋਏ ਹਨ। ਜੇ ਨਿਸ਼ਪਾਪ ਕਾਲ ਬਹੁ ਕਾਲੀ। ਜਿਹੜੇ ਨਿਸ਼ਪਾਪ ਸਨ, ਜਿਹੜੇ ਪਾਪੀ ਨਹੀਂ ਸਨ, ਉੱਚ ਕੋਟੀ ਦੇ ਜੀਵਨ ਵਾਲੇ, ਅੰਮ੍ਰਿਤ ਧਾਰੀ, ਰਹਿਤ ਵਿੱਚ ਤਿਆਰ ਪੁਰ ਤਿਆਰ, ਨਾਮ ਬਾਣੀ ਦੇ ਰਸੀਏ, ਗੁਰੂ ਕੀ ਆਗਿਆ ਅਨੁਸਾਰ ਚੱਲਣ ਵਾਲੇ, ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣ ਵਾਲੇ। ਸੋ ਇਹ ਨਿਸ਼ਪਾਪ ਪਾਪ ਤੋਂ ਰਹਿਤ ਗੁਰੂ ਕੇ ਪਿਆਰੇ ਧਰਮੀ ਪੁਰਸ਼ ਜਿਨ੍ਹਾਂ ਨੇ ਬੜੀ ਭਾਰੀ ਕਾਲ ਘਾਲੀ ਹੈ, ਮਿਹਨਤ ਕੀਤੀ ਹੈ, ਕਮਾਈ ਕੀਤੀ ਹੈ। ਜਾਂ ਤੇ ਨਾਮ ਮੁਕਤਸਰ ਹੋਵਾ। ਹਜੂਰ ਕਹਿਣ ਲੱਗੇ ਇਸ ਵਾਸਤੇ ਇਸ ਸਰੋਵਰ ਦਾ ਨਾਮ ਮੁਕਤਸਰ ਹੋਇਆ, ਐਵੇਂ ਨਹੀਂ ਰੱਖ ਦਿੱਤਾ, ਕਿਉਂਕਿ ਨਿਸ਼ਪਾਪ ਧਰਮੀ ਪੁਰਸ਼ਾਂ ਨੇ ਬੜੀ ਭਾਰੀ ਇੱਥੇ ਘਾਲ ਘਾਲਣਾ ਕੀਤੀ ਹੈ। ਔਰ ਸਭ ਤੋਂ ਅਖੀਰੀ ਹਾਰ ਤੁਰਕਾਂ ਨੂੰ ਇੱਥੇ ਦਿੱਤੀ ਹੈ। ਇਸ ਤੋਂ ਬਾਅਦ ਫਿਰ ਕਦੇ ਕੋਈ ਤੁਰਕ ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਪਰ ਚੜ੍ਹ ਕੇ ਨਹੀਂ ਆਇਆ। ਔਰ ਇਹ ਸਭ ਤੋਂ ਅਖੀਰਲਾ ਜੰਗ ਇਹਨਾਂ ਗੁਰਮੁਖ ਪਿਆਰਿਆਂ 40 ਨੇ ਕੀਤਾ ਹੈ ਗੁਰੂ ਕੀ ਸਹਾਇਤਾ ਦੇ ਨਾਲ, ਔਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਸ ਜੰਗ ਵਿੱਚ ਫਤਿਹ ਲਈ ਹੈ। ਸੋ ਖਾਲਸਾ ਜੀ ਵਿਚਾਰ ਕੇ ਵੇਖੀਏ, ਜਿੱਥੇ ਗੁਰੂ ਕੇ 2 ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਉੱਥੇ ਮੁਕਤੀ ਦਾ ਸਰੋਵਰ ਨਹੀਂ ਲਾਇਆ, ਜਿੱਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਉੱਥੇ ਮੁਕਤੀ ਦਾ ਸਰੋਵਰ ਨਹੀਂ ਲਾਇਆ। ਸੋ ਜਿੱਥੇ ਇਹ 40 ਸ਼ਹੀਦ ਹੋਇਆਂ ਨੂੰ ਸਿਦਕ ਆਪਣਾ ਕਮਾਇਆ ਹੈ, ਸਤਿਗੁਰੂ ਕਲਗੀਧਰ ਜੀ ਦੀ ਮੌਜ ਹੈ, ਐਡੀ ਵੱਡੀ ਭਾਰੀ ਪ੍ਰਸੰਨਤਾ, ਉਹਨਾਂ ਦੀ ਸ਼ਹੀਦੀ ਦੀ ਯਾਦਗਾਰ। ਸੋ ਮੁਕਤੀ ਦਾ ਸਰੋਵਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਲਾ ਦਿੱਤਾ ਹੈ। ਜੋ ਮੱਝ ਹੈ ਤਿਨ ਹੀ ਅਗ ਖੋਵਾ। ਮਹਾਰਾਜ ਕਹਿੰਦੇ ਜਿਹੜੇ ਵੀ ਇਸ਼ਨਾਨ ਕਰਨਗੇ ਉਹਨਾਂ ਦੇ ਸਾਰਿਆਂ ਦੇ ਪਾਪ ਨਾਸ ਹੋ ਜਾਣਗੇ। ਮਹਾਂਪੁਰਖਾਂ ਦਾ ਆਪਣਾ ਨਿਸ਼ਚਾ ਸੀ, ਸੱਚਖੰਡ ਵਾਸੀਆਂ ਦਾ, ਬਾਬਾ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ। ਕਹਿਣ ਲੱਗੇ ਸਿੰਘੋ ਹੋਰ ਤਾਂ ਕੀ ਗੱਲ ਦੱਸੀਏ, ਮਾਘੀ ਦੇ ਮੌਕੇ ਤੇ ਜਥਾ ਮੁਕਤਸਰ ਸਾਹਿਬ ਪਹੁੰਚਿਆ ਹੋਇਆ ਸੀ। ਸੋ ਜਦੋਂ ਆਪ ਵੱਡੇ ਹੀ ਤੜਕੇ ਉੱਠੇ, ਪਹਿਲਾਂ ਬਾਹਰ ਸਣੇ ਕੇਸੀ ਇਸ਼ਨਾਨ ਕੀਤਾ, ਫਿਰ ਸਰੋਵਰ ਦੇ ਵਿੱਚ 13 ਟੁੱਬੇ ਲਾ ਕੇ ਇਸ਼ਨਾਨ ਕੀਤਾ, ਫਿਰ ਸਾਰਾ ਜਪਜੀ ਸਾਹਿਬ ਦਾ ਪਾਠ ਗਲ ਗਲ ਜਲ ਦੇ ਅੰਮ੍ਰਿਤ ਦੇ ਵਿੱਚ ਖਲੋ ਕੇ ਸਾਰਾ ਕਰਕੇ ਵਿੱਚ ਹੀ ਅਰਦਾਸ ਕਰਕੇ ਮਾਘੀ ਵਾਲੇ ਦਿਨ ਇੰਨੀ ਠੰਡ ਹੁੰਦੀ ਹੈ, ਫਿਰ ਬਾਹਰ ਨਿਕਲੇ, ਫਿਰ ਟੁੱਟੀ ਗੰਢੀ ਸਾਹਿਬ ਮੱਥਾ ਟੇਕ ਕੇ ਆਸਾ ਦੀ ਵਾਰ ਦਾ ਕੀਰਤਨ ਸੁਣਿਆ ਔਰ ਕਥਾ ਜਿਸ ਮੌਕੇ ਤੇ ਕੀਤੀ, ਆਪ ਜੀ ਦੇ ਨੇਤਰਾਂ ਵਿੱਚੋਂ ਪ੍ਰੇਮ ਦਾ ਪ੍ਰਵਾਹ ਵਹਿ ਰਿਹਾ ਸੀ। ਕਹਿਣ ਲੱਗੇ ਖਾਲਸਾ ਜੀ ਐਡੀ ਵੱਡੀ ਭਾਰੀ ਬਖਸ਼ਿਸ਼ ਵਾਲਾ ਇਹ ਸਥਾਨ ਹੈ, ਕੀ ਦੱਸਿਆ ਜਾਵੇ। ਕਹਿੰਦੇ ਚਿੱਤ ਨਹੀਂ ਕਰਦਾ ਜੋ ਕਈ ਅਸਚਰਜ ਬਚਨ ਹੁੰਦੇ ਨੇ ਜਿਹੜੇ ਰਸਨਾ ਤੋਂ ਕੱਢਣ ਨੂੰ ਜੀ ਨਹੀਂ ਕਰਦਾ, ਪਰ ਕੀ ਕਹਿੰਦੇ ਹਿਰਦੇ ਵਿੱਚ ਹੁਣ ਮਿਉਂਦੇ ਵੀ ਨਹੀਂ ਹਨ। ਕਹਿੰਦੇ ਅੱਜ ਦਾ ਦਿਨ ਐਸਾ ਭਾਗਾਂ ਵਾਲਾ ਹੈ
ਅੱਜ ਦੇ ਦਿਨ ਜਿਹੜਾ ਇਸ ਸਰੋਵਰ ਤੋਂ ਪੰਛੀ ਵੀ ਉੱਡ ਕੇ ਲੰਘ ਜਾਵੇਗਾ, ਉਹਦੇ ਵੀ ਕਲਿਆਣ ਹੋ ਜਾਵੇ। ਦਸਮ ਪਾਤਸ਼ਾਹ ਮਹਾਰਾਜ ਸਾਹਿਬ ਨੇ ਐਸੀਆਂ ਬਖਸ਼ਿਸ਼ਾਂ ਤੇ ਮਿਹਰਾਂ ਇੱਥੇ ਕੀਤੀਆਂ ਹਨ। ਸੋ ਇਹ ਮੁਕਤਸਰ ਸਾਹਿਬ ਦਾ ਜਿਹੜਾ ਸਥਾਨ ਸੀ, ਸੋ ਇਸ ਦੀ ਸੇਵਾ ਪਹਿਲਾਂ ਜਦੋਂ ਜੋ ਪੁਜਾਰੀ ਸਨ ਉਹਨਾਂ ਦੇ ਪਾਸ ਸੀ। ਨਨਕਾਣੇ ਸਾਹਿਬ ਦਾ ਜਦੋਂ ਵਾਕਿਆ ਹੋਇਆ ਹੈ, ਉਸ ਵਾਕਿਏ ਤੋਂ ਬਾਅਦ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਭਿੰਡਰਾਂ ਵਾਲੇ ਸੋ ਇੱਥੇ ਮੁਕਤਸਰ ਸਾਹਿਬ ਪਹੁੰਚੇ ਸਨ। ਸਾਰੇ ਸਿੰਘਾਂ ਸਮੇਤ ਆਪ ਜੀ ਦੇ ਨਾਲ ਜਿੰਨੇ ਸਿੰਘ ਸਨ, ਉੱਥੇ ਜਾ ਕੇ ਵੇਖਿਆ ਕਿ ਪੁਜਾਰੀ ਉੱਥੇ ਵੀ ਗੌਰਮੈਂਟ ਦੀ ਸ਼ਹਿ ਦੇ ਨਾਲ ਉਸੇ ਤਰ੍ਹਾਂ ਖੂਨ ਖਰਾਬਾ ਕਰਨਾ ਚਾਹੁੰਦੇ ਸਨ। ਪਰ ਐਸਾ ਸ਼ਾਂਤ ਰਸੀ ਪ੍ਰਚਾਰ ਕੀਤਾ ਮਹਾਂਪੁਰਖਾਂ ਨੇ। ਆਸਾ ਰਾਗ ਦੀ ਪਹਿਲੀ ਅਸ਼ਟਪਦੀ ਉੱਤਰ ਅਵਕਟ ਸਰਵਰ ਨਹਾਵਾ, ਬਕੈ ਨ ਬੋਲਾ ਹਰ ਗੁਣ ਗਾਵਾ, ਜਲ ਆਕਾਸ਼ੀ ਸੁਨ ਸਮਾਵਾ। ਇਸ ਅਸ਼ਟਪਦੀ ਦੀ 28 ਦਿਨ ਕਥਾ ਕੀਤੀ ਇੱਕੇ ਸ਼ਬਦ ਦੀ, ਔਰ ਐਡਾ ਵੱਡਾ ਭਾਰੀ ਪ੍ਰਚਾਰ ਕੀਤਾ ਜਿੱਥੇ ਛਵੀਆਂ, ਗੰਡਾਸੀਆਂ, ਬਰਸ਼ੀਆਂ, ਤਲਵਾਰਾਂ ਤੇ ਬੜੇ ਭਾਰੀ ਗੈਸ, ਬੰਬ, ਗੋਲੇ ਆਦਿਕ ਬੜੇ ਤਿਆਰ ਕੀਤੇ ਹੋਏ ਸਨ ਪੁਜਾਰੀਆਂ ਨੇ ਗੌਰਮੈਂਟ ਦੀ ਸ਼ਹਿ ਦੇ ਨਾਲ। ਐਸਾ ਸ਼ਾਂਤ ਰਸੀ ਪ੍ਰਚਾਰ ਕੀਤਾ, ਉਹਨਾਂ ਸਾਰਿਆਂ ਨੂੰ ਹਰਾ ਕੇ ਉਹ ਸਾਰਾ ਮੁਕਤਸਰ ਸਾਹਿਬ ਦਾ ਕਬਜ਼ਾ ਮਹਾਂਪੁਰਖਾਂ ਨੇ ਸੋ ਖਾਲਸਾ ਪੰਥ ਦੇ ਹਵਾਲੇ ਕਰਵਾਇਆ ਸੀ। ਔਰ ਉਸ ਮੌਕੇ ਤੇ ਬੇਅਦਬੀ ਹੋ ਰਹੀ ਸੀ ਸਰੋਵਰ ਦੀ। ਲੋਕੀ ਬੋਤਿਆਂ ਨੂੰ ਲਿਆ ਕੇ ਪਾਣੀ ਵਿੱਚ ਪਿਆਉਂਦੇ, ਮਾਈਆਂ ਲੀੜੇ ਵਿੱਚੇ ਧੋਂਦੀਆਂ ਸਨ। ਸਰੋਵਰ ਦੇ ਕੱਚਾ ਸੀ, ਹਾਲੇ 4 ਚੁਫੇਰੇ ਪ੍ਰਕਰਮਾ ਵੀ ਨਹੀਂ ਸੀ। ਮਹਾਂਪੁਰਖਾਂ ਦੇ ਚਿੱਤ ਵਿੱਚ ਐਸਾ ਪਿਆਰ ਜਾਗਿਆ, ਆਪਣੇ ਉੱਪਰ ਕਾਲੀ ਕੰਬਲੀ ਮਹਾਂਪੁਰਖ ਰੱਖਿਆ ਕਰਦੇ ਸਨ ਠੰਡ ਦੇ ਦਿਨਾਂ ਵਿੱਚ। ਉਸ ਮੌਕੇ ਤੇ ਆਪਣੀ ਦੀਵਾਨ ਵਿੱਚੋਂ ਜਦੋਂ ਉੱਠੇ, ਉਹ ਕਾਲੀ ਕੰਬਲੀ ਹੱਥ ਵਿੱਚ ਲੈ ਕੇ ਸਭ ਤੋਂ ਪਹਿਲਾਂ ਸਰੋਵਰ ਦੇ 4 ਚੁਫੇਰੇ ਦੀਆਂ ਪ੍ਰਕਰਮਾਂ ਨੂੰ ਆਪਣੀ ਕੰਬਲੀ ਦੇ ਨਾਲ ਸਾਫ਼ ਕਰਨਾ ਸ਼ੁਰੂ ਕੀਤਾ। ਫਿਰ ਕੌਣ ਸੀ ਸੰਗਤਾਂ ਜਿਹੜੀਆਂ ਨਾਲ ਨਾਲ ਲੱਗਦੀਆਂ, ਇੱਕੇ ਦਿਨ ਦੇ ਵਿੱਚ 4 ਚੁਫੇਰੇ ਸਾਰੀ ਸਫਾਈ ਕਰਾਈ। ਔਰ ਬੜੇ ਹੱਥ ਜੋੜ ਕੇ ਨੇਤਰਾਂ ਵਿੱਚ ਪ੍ਰੇਮ ਦਾ ਜਲ ਲਿਆ ਕੇ ਮਹਾਂਪੁਰਖਾਂ ਨੇ ਬੇਨਤੀ ਕੀਤੀ ਸੰਗਤ ਨੂੰ, ਮੁਕਤਸਰ ਸਾਹਿਬ ਦੇ ਵਿੱਚ ਰਹਿਣ ਵਾਲੀਆਂ ਸੰਗਤਾਂ ਨੂੰ, ਗੁਰੂ ਕੇ ਪਿਆਰਿਓ, ਇੱਥੇ ਮੁਕਤ ਹੋਣ ਦਾ ਵਰ ਮਹਾਰਾਜ ਨੇ ਦਿੱਤਾ ਹੈ। ਸੋ ਇਹ ਸਰੋਵਰ ਦੀ ਬੇਅਦਬੀ ਨਾ ਕਰੋ। ਇੱਥੇ ਭਾਈ ਕੋ ਲਿਆ ਕੇ ਪਾਣੀ ਨਾ ਪਿਲਾਵੇ ਪਸ਼ੂਆਂ ਨੂੰ, ਇੱਥੇ ਕੋਈ ਆਪਣੇ ਲੀੜੇ ਨਾ ਧੋਣਾ ਕਰੇ। ਐਸੀ ਪ੍ਰੇਮ ਨਾਲ ਖਿੱਚ ਕੇ ਬੇਨਤੀ ਕੀਤੀ। ਸਾਰਿਆਂ ਨੇ ਚਿੱਤ ਮਹਾਂਪੁਰਖਾਂ ਨੇ ਖਿੱਚ ਲਿਆ। ਇਸ ਦਿਨ ਤੋਂ ਕਦੇ ਕਿਸੇ ਨੇ ਜਾ ਕੇ ਉੱਥੇ ਲੀੜੇ ਨਹੀਂ ਧੋਤੇ, ਔਰ ਕਦੇ ਕਿਸੇ ਨੇ ਜਾ ਕੇ ਕਿਸੇ ਪਸ਼ੂ ਨੂੰ ਪਾਣੀ ਨਹੀਂ ਪਿਲਾਇਆ। ਔਰ ਜਿਹੜੀਆਂ ਕੱਚੀਆਂ ਪ੍ਰਕਰਮਾਂ ਸਨ, ਉਹ ਮਹਾਂਪੁਰਖ ਬਾਬਾ ਸੰਤ ਸੁੰਦਰ ਸਿੰਘ ਸਾਹਿਬ ਜੀ ਨੇ ਉਹ ਬਣਾਈਆਂ ਸਨ। ਉਸ ਤੋਂ ਬਾਅਦ ਫਿਰ ਇਹ ਪੱਕੀਆਂ ਪ੍ਰਕਰਮਾਂ ਬਣੀਆਂ, ਪੱਕੀਆਂ ਇੱਟਾਂ ਲੱਗੀਆਂ। ਫਿਰ ਸੰਤ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ ਹੋਰ ਉਹਨਾਂ ਦੇ ਨਾਲ ਦੇ ਗੁਰਮੁਖਾਂ ਨੇ ਸਾਰਾ ਸੰਗਮਰਮਰ ਜਿਹੜਾ ਹੈ ਇਹ ਤਕਰੀਬਨ ਪਾਕਿਸਤਾਨ ਬਣਨ ਦੇ ਮੌਕੇ ਤੇ ਲਾਇਆ ਹੈ। ਪਾਕਿਸਤਾਨ ਤੋਂ ਬਾਅਦ 56 ਤੋਂ ਬਾਅਦ ਜੋ ਪਹਾੜ ਵੱਲ ਦੀ ਬਾਹੀ ਹੈ ਤੇ ਚੜ੍ਹਦੇ ਵੱਲ ਦੀ ਬਾਹੀ, ਸੋ ਇਸ ਪਾਸੇ ਦੀ ਬਾਹੀ ਜਿਹੜੀ ਹੈ ਇਹ ਢਾਹ ਕੇ ਦੁਬਾਰਾ ਫਿਰ 56 ਤੋਂ ਬਾਅਦ 58 ਦੇ ਵਿੱਚ ਉਹ ਬਣਾਈ ਹੈ। ਸੋ ਬੜੀ ਭਾਰੀ ਸੇਵਾ ਇਸ ਪ੍ਰਕਾਰ ਉੱਥੋਂ ਦਾ ਅਦਬ ਕਾਇਮ ਮਹਾਂਪੁਰਖਾਂ ਨੇ ਕਰਵਾਇਆ ਸੀ, ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਭਿੰਡਰਾਂ ਵਾਲਿਆਂ ਨੇ। ਸੋ ਜਿਨ੍ਹਾਂ ਗੁਰਸਿੱਖਾਂ ਨੂੰ ਪ੍ਰੇਮ ਹੈ, ਪਿਆਰ ਹੈ ਖਾਲਸਾ ਜੀ, ਜਿੱਥੇ ਸਤਿਗੁਰੂ ਜੀ ਨੇ ਐਡੀਆਂ ਬਖਸ਼ਿਸ਼ਾਂ ਕੀਤੀਆਂ ਹੋਣ, ਐਡੀਆਂ ਮੇਰਾਂ ਕੀਤੀਆਂ ਹੋਣ, ਜੇ ਉਸ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਨਹੀਂ ਗੁਰੂ ਕੇ ਪਿਆਰ ਨੇ ਰੱਖਣਾ ਤਾਂ ਹੋਰ ਕਿਸ ਦੀ ਰੱਖਣਾ ਹੈ। ਨਾਲ ਹੀ ਇਸ ਤੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਆ ਨਵੇਂ ਬਨੌਟੀ ਗੁਰੂ ਇਹ ਹਰ ਮੌਕੇ ਤੇ ਤਕਰੀਬਨ ਸਵੇਰੇ ਸ਼ਾਮ ਨੂੰ ਇੱਕ ਵਾਰੀ ਜ਼ਰੂਰ ਇਹ ਗੱਲ ਕਹਿਣੀ ਪੈਂਦੀ ਹੈ, ਕਿਸੇ ਦੀ ਨਿੰਦਾ ਨਹੀਂ ਪਰ ਦੁਖਦਾਇਕ ਗੱਲ, ਜਿੱਥੇ ਸਤਿਗੁਰੂ ਕਲਗੀਧਰ ਜੀ ਨੇ ਮੁਕਤੀ ਦਾ ਵਰ ਦਿੱਤਾ ਹੈ, ਮੁਕਤੀ ਦਾ ਸਰੋਵਰ ਲਾਇਆ ਹੈ। ਅੱਜ ਕੱਲ੍ਹ ਦਾ ਗੁਰੂ ਦੇ ਸਾਹਮਣੇ ਖਲੋ ਕੇ ਆਪਣੇ ਜਲੂਸ ਕਢਾ ਕੇ ਕਹਿੰਦਾ ਹੈ ਕਿ ਇਹਨਾਂ ਗੁਰਦੁਆਰਿਆਂ ਵਿੱਚ ਕਦੇ ਨਾ ਜਾਓ, ਇਹਨਾਂ ਪਾਣੀਆਂ ਵਿੱਚ ਕਦੇ ਨਾ ਨਹਾਓ, ਇੱਥੇ ਕੋਈ ਫਾਇਦਾ ਨਹੀਂ ਜੇ। ਖਾਲਸਾ ਜੀ ਐਡੇ ਵੱਡੇ ਭਾਰੀ ਹਮਲੇ ਖਾਲਸਾ ਜੀ ਤੁਹਾਡੇ ਉੱਪਰ ਇਹ ਦੇਹਧਾਰੀ ਪਖੰਡੀ ਗੁਰੂ ਕਰ ਰਹੇ ਹਨ, ਕੀ ਕੋਈ ਨਰਕ ਧਾਰੀਆ ਤੇ ਕੀ ਕੋਈ ਹੋਰ। ਇਸ ਵਾਸਤੇ ਗੁਰੂ ਕੇ ਪਿਆਰਿਓ ਸਾਵਧਾਨ ਹੋਣ ਦੀ ਲੋੜ ਹੈ। ਇਹ ਮੌਕਾ ਗਾਫਲਤਾਈ ਵਾਲਾ ਨਹੀਂ। ਇਹ ਠੀਕ ਹੈ ਕਿ ਹੁਣ ਸਾਡੇ ਤੇ ਵਾਰ ਤਲਵਾਰਾਂ, ਬਰਸ਼ੀਆਂ, ਬੰਦੂਕਾਂ ਦੇ ਨਹੀਂ ਹੋ ਰਹੇ, ਸਾਨੂੰ ਚਰਖੜੀਆਂ ਤੇ ਨਹੀਂ ਚਾੜਿਆ ਜਾ ਰਿਹਾ। ਉਹਨਾਂ ਨੇ ਵੇਖ ਲਿਆ ਚਰਖੜੀਆਂ ਤੇ ਚਾੜਿਆ ਨਹੀਂ ਇਹ ਮੁੱਕੇ, ਗੋਲੀਆਂ ਦੇ ਨਿਸ਼ਾਨੇ ਬਣਾਇਆ ਨਹੀਂ ਮੁੱਕੇ, ਟੋਟੇ ਟੋਟੇ ਕੀਤਿਆਂ ਨਹੀਂ ਮੁੱਕੇ। ਇਹਨਾਂ ਨੇ ਬੱਚਿਆਂ ਨੂੰ ਟੋਟੇ ਟੋਟੇ ਕਰਾ ਕੇ ਇਹਨਾਂ ਦੇ ਗਲੀ, ਇਹਨਾਂ ਦੇ ਮਾਤਾਵਾਂ ਦੇ ਗਲੀ ਹਾਰ ਪਰੋ ਕੇ ਅਸੀਂ ਪਾ ਦਿੱਤੇ, ਫਿਰ ਵੀ ਨਹੀਂ ਇਹ ਮੁੱਕੇ। ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ, ਭੱਠਾਂ ਵਿੱਚ ਝੋਕੇ ਗਏ, ਘੋੜਿਆਂ ਦੀਆਂ ਟਾਪਾਂ ਹੇਠ ਲਤਾੜੇ ਗਏ, ਪੁੱਠੀਆਂ ਖੱਲਾਂ ਲਾਈਆਂ ਗਈਆਂ, ਚਰਖੜੀਆਂ ਤੇ ਚਾੜੇ ਗਏ। ਪਰ ਇਹਨਾਂ ਦੇ ਸਿਰਾਂ ਦਾ ਮੁੱਲ ਸੋ ਸੈਂਕੜੇ ਰੁਪਈਏ ਪਿਆ ਉਹਨਾਂ ਮੌਕਿਆਂ ਤੇ। ਹੁਣ ਤਾਂ ਲੱਖ ਬਣਦਾ ਹੈ ਉਹਨਾਂ ਉਸ ਮੌਕੇ ਦਾ 100 ਰੁਪਈਆ, ਫਿਰ ਵੀ ਇਹ ਕਿਤੇ ਨਾ ਮੁੱਕੇ। ਪੰਜਾਬ ਵਿੱਚ ਜਦੋਂ ਭਾੜੇ ਨਹੀਂ ਸੀ ਇੱਥੇ ਆਉਂਦੇ, ਮਾਝੇ ਵਿੱਚ ਕਿਤੇ ਨਾਂ ਨਿਸ਼ਾਨ ਨਹੀਂ ਸੀ ਜਦੋਂ ਸਿੰਘਾਂ ਦਾ ਰਹਿ ਗਿਆ, ਉਸ ਮੌਕੇ ਤੇ ਵੀ ਇਹਨਾਂ ਦੀ ਜੜ ਕਾਇਮ ਰਹਿ ਗਈ।
ਸੋ ਇਉਂ ਵੱਡਿਆਂ ਤਾਂ ਇਹ ਮੁੱਕਦੇ ਨਹੀਂ। ਹੁਣ ਪ੍ਰਚਾਰ ਦੇ ਨਾਲ ਹੀ ਅਸੀਂ ਇਹਨਾਂ ਨੂੰ ਮੁਕਾਉਣ ਦਾ ਯਤਨ ਕਰੀਏ। ਇਹਨਾਂ ਦੇ ਪਾਸ 2-3 ਚੀਜ਼ਾਂ ਸਤਿਗੁਰੂ ਜੀ ਨੇ ਦਿੱਤੀਆਂ ਹਨ। ਸਭ ਤੋਂ ਵੱਡੀ ਦਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਦਸਵੇਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੁਰ ਕੀ ਬਾਣੀ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਇਹਨਾਂ ਨੂੰ ਗੁਰੂ ਕੀ ਬਾਣੀ ਤੋਂ ਛਿੜਕਾਇਆ ਜਾਵੇ। ਇਹਨਾਂ ਦਾ ਜਿਹੜਾ ਧੁਰਵਾ ਹੈ, ਮੁੱਢ ਹੈ, ਇਹਨਾਂ ਦੀ ਜੜ ਹੈ, ਉਹ ਪਹਿਲਾਂ ਹਿਲਾ ਦਈਏ। ਕੱਚੀਆਂ ਕਵਿਤਾ ਲਿਖ ਲਿਖ ਕੇ, ਗੰਦੀਆਂ ਕਿਤਾਬਾਂ ਛਾਪ ਕੇ ਕਹਿ ਦਿੱਤਾ ਕਿ ਸਾਡੀ ਅਵਤਾਰ ਬਾਣੀ ਸੁੱਧ ਹੈ। ਇੱਕ ਇਹ ਯਤਨ ਕੋਝਾ ਕੀਤਾ। ਦੂਸਰਾ ਯਤਨ ਕੀਤਾ ਸਾਡੇ 5 ਕਕਾਰਾਂ ਦੀ ਰਹਿਤ, ਜੋ ਕਲਗੀਧਰ ਜੀ ਨੇ ਸਾਡੇ ਸੀਸ ਲੈ ਕੇ ਖੰਡੇ ਦੇ ਅੰਮ੍ਰਿਤ ਦੀ ਦਾਤ ਦਿੱਤੀ ਸੀ। ਸੋ ਇਹਦੇ ਉਲਟ ਪ੍ਰਚਾਰ ਸ਼ੁਰੂ ਕੀਤਾ। ਅੱਜ ਕਿਰਪਾਨਾਂ ਦੀ ਕੀ ਲੋੜ, ਅੱਜ ਹਵਾਈ ਜਹਾਜ਼ਾਂ ਤੇ ਤੋਪਾਂ ਦੇ ਜੰਗ ਨੇ, ਅੱਜ ਐਟਮ ਬੰਬ ਬਣ ਚੁੱਕਾ, ਅੱਜ ਕਿਰਪਾਨ ਕੀ ਸਵਾਰੇਗੀ। ਇਹੋ ਜਿਹੇ ਗਲਤ ਪ੍ਰਚਾਰ ਕਰ ਕਰਕੇ ਸਾਡੇ ਦਾੜੇ ਤੇ ਕੇਸਾਂ ਦੀ ਬੇਅਦਬੀ ਕਰਾਉਣ ਦੇ ਕੋਝੇ ਯਤਨ। ਸ਼ਰਾਬ ਪੀਓ, ਮਾਸ ਖਾਓ, ਗਊ ਤੇ ਸੂਰ ਦਾ ਮਾਸ ਇਕੱਠੇ ਖਾਈ ਜਾਓ, ਕੁਛ ਨਹੀਂ ਫਰਕ ਪੈਣ ਲੱਗਾ। ਦੂਸਰਾ ਇਹ ਕੋਝਾ ਯਤਨ ਸਾਡੇ ਵਾਸਤੇ ਕੀਤਾ ਕਿ ਜੋ 5 ਕਕਾਰਾਂ ਦੀ ਰਹਿਤ, ਖੰਡੇ ਦੇ ਅੰਮ੍ਰਿਤ ਦੀ ਦਾਤ, ਸੋ ਇਸ ਤੋਂ ਗੁਰੂ ਕੇ ਸਿੰਘਾਂ ਨੂੰ ਨਿਸਰਦ ਕੀਤਾ ਜਾਵੇ, ਛੜਕਾਇਆ ਜਾਵੇ। ਤੀਸਰੀ ਗੱਲ ਸੀ ਗੁਰਦੁਆਰੇ ਖਾਲਸਾ ਜੀ ਸਿੱਖੀ ਦੇ ਸੋਮੇ। ਸੋ ਜੋ ਸਾਡੀ ਜਿੰਦ ਜਾਨ ਹਨ, ਜਾਨੋਂ ਵੀ ਪਿਆਰੇ ਹਨ ਗੁਰੂ ਕੇ ਗੁਰਦੁਆਰੇ, ਉਹਨਾਂ ਬਾਰੇ ਕਹਿ ਦਿੱਤਾ ਕਿ ਹਰਿਮੰਦਰ ਸਾਹਿਬ 'ਚ ਜਾਣ ਦੀ ਲੋੜ ਨਹੀਂ ਔਰ ਸੇਵਾ ਕਰਨ ਦੀ ਕੋਈ ਲੋੜ ਨਹੀਂ। ਕਾਰ ਸੇਵਾ ਕਿਉਂ ਕਰਦੇ ਹੋ? ਗੁਰਦੁਆਰੇ ਸਾਹਿਬਾਂ ਵਿੱਚ ਮੁੜ ਕੇ ਜਾ ਕੇ ਮੱਥਾ ਕਿਉਂ ਟੇਕਦੇ ਹੋ? ਉਸੇ ਬਾਣੀ ਨੂੰ ਕਿਉਂ ਪੜ੍ਹਦੇ ਹੋ? ਤੀਜੀ ਚੀਜ਼ ਸਾਡੇ ਪਾਸ ਇਹ ਗੁਰਦੁਆਰੇ ਸਨ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਖੰਡੇ ਦੇ ਅੰਮ੍ਰਿਤ ਦੀ ਦਾਤ ਤੇ ਗੁਰਦੁਆਰੇ ਸਾਹਿਬ, ਇਹਨਾਂ ਤਿੰਨਾਂ ਹੀ ਚੀਜ਼ਾਂ ਦੇ ਉੱਪਰ ਅੱਜ ਹਮਲਾ ਹੋਇਆ। ਵੇਖ ਲਓ, ਜਿੱਥੇ ਕਿੱਥੇ ਉਹਨਾਂ ਦੀਆਂ ਗੰਦੀਆਂ ਕਿਤਾਬਾਂ ਪੜ੍ਹਨ ਦੀ ਲੋੜ ਤਾਂ ਨਹੀਂ, ਪਰ ਵਾਕਫੀਅਤ ਵਾਸਤੇ ਪੜ੍ਹ ਲੈਣ ਦਾ ਡਰ ਵੀ ਨਹੀਂ। ਸੋ ਪੜ੍ਹ ਕੇ ਵੇਖ ਲਓ। ਸੋ ਸਾਡੇ ਤੇ ਅੱਜ ਇਹਨਾਂ ਤਰੀਕਿਆਂ ਦੇ ਨਾਲ ਹਮਲੇ ਹੋ ਰਹੇ ਨੇ। ਨੇਧਾਰੀ ਪਖੰਡੀਆਂ ਦੇ ਵੱਡੇ ਜਲੂਸ ਲੋਕੀ ਕੱਢ ਰਹੇ ਨੇ ਔਰ ਉਹਨਾਂ ਦੇ ਪਾਸ ਸਿਆਣੇ ਤੋਂ ਸਿਆਣੇ ਲੋਕ ਵੀ ਵਿਕ ਰਹੇ ਨੇ। ਕਹਿੰਦੇ ਕੋਈ ਲੋੜ ਨਹੀਂ ਜੇ ਤੜਕੇ ਉੱਠਣ ਦੀ, ਕਿਉਂ ਪਾਲੇ ਮਰਦੇ ਜੇ, ਕੋਈ ਲੋੜ ਨਹੀਂ, ਉੱਠੋ, ਭਾਵੇਂ ਨਾ ਵੀ ਉੱਠੋ, ਇਸ਼ਨਾਨ ਕਰੋ ਚਾਹੇ ਨਾ ਕਰੋ, ਬਾਣੀ ਤਾਂ ਪੜ੍ਹਨ ਦੀ ਕਹਿੰਦੇ ਲੋੜ ਹੀ ਨਹੀਂ ਕੋਈ ਰਹਿ ਗਈ ਅੱਜ ਕੱਲ੍ਹ ਕਲਯੁੱਗ ਦੇ ਵਿੱਚ। ਖਿਆਲ ਹੀ ਕੀਤਾ ਹੋਣਾ ਨੇ ਕਿ ਨਰਕ ਕਿਤੇ ਖਾਲੀ ਨਾ ਹੋ ਜਾਂਦੇ ਹੋਣ, ਫਿਰ ਹੋਰ ਭਰ ਦਈਏ। ਇਹੋ ਜਿਹਾ ਕੋਝਾ ਯਤਨ ਸਾਡੇ ਉੱਪਰ ਹੋ ਰਿਹਾ, ਇਹ ਵਾਰ ਹੋ ਰਹੇ ਨੇ। ਇਹਨਾਂ ਸਾਰਿਆਂ ਤੋਂ ਬਚਣ ਵਾਸਤੇ ਖਾਲਸਾ ਜੀ ਸਾਨੂੰ ਸਾਵਧਾਨ ਹੋਣਾ ਪਵੇਗਾ। ਸਾਨੂੰ ਇੱਕ ਮਾਈ ਭਾਈ ਨੂੰ ਗੁਰੂ ਕਾ ਪ੍ਰਚਾਰਕ ਬਣਨਾ ਚਾਹੀਦਾ ਹੈ। ਸਾਵਧਾਨਤਾ ਕਰਨੀ ਚਾਹੀਦੀ ਹੈ। ਅਨੇਕ ਪ੍ਰਕਾਰ ਦੀਆਂ ਹੋਰ ਕੁਰੀਤੀਆਂ, 4 ਬੱਜਰ ਕੁਰੈਤਾਂ, ਸ਼ਰਾਬ ਆਦਿਕ, ਸੋ ਹੋਰ ਅਨੇਕ ਪ੍ਰਕਾਰ ਦੇ ਨਾਨਾ ਉਪਾਸਨਾ, ਕਬਰਾਂ ਮੜੀਆਂ ਮੱਟਾਂ ਦੀ, ਜੰਤਰਾਂ ਮੰਤਰਾਂ ਦੀ, ਕਈ ਤਰ੍ਹਾਂ ਦੇ ਸੰਤ ਹੀ ਬਹੁਤੇ ਬਣ ਗਏ ਨੇ। ਸੋ ਜੇ ਵੇਖੀਏ ਥਾਵਾਂ ਤੇ ਸਿੰਘਾਂ ਦਾ ਨਾਮ ਬਦਨਾਮ ਕਰਨ ਨੂੰ ਤੇ ਸੰਤ ਪੁਣੇ ਦਾ ਨਾਮ ਬਦਨਾਮ ਕਰਨ ਨੂੰ, ਜਿਵੇਂ ਕਦੇ ਮਸੰਦ ਬੜੇ ਸਤਿਕਾਰਯੋਗ ਸਨ, ਪਰ ਮਸੰਦਾਂ ਨੇ ਕੁਰੀਤੀ ਕੀਤੀ। ਅੱਜ ਉਹਨੂੰ ਮਸੰਦ ਕਹਿੰਦੇ ਜਿਹੜਾ ਵੱਡਾ ਪਾਪੀ ਹੋਵੇ। ਉਹ ਮਸੰਦ ਸਤਿਕਾਰਯੋਗ ਨਾ ਸੀ, ਪਰ ਉਹ ਮਸੰਦ ਨਾਮ ਬਦਨਾਮ ਹੋਇਆ। ਉਸ ਤੋਂ ਪਹਿਲਾਂ ਭਾਈ ਨਾਮ ਬੜਾ ਪ੍ਰਸਿੱਧ ਸੀ ਔਰ ਸਤਿਗੁਰੂ ਜੀ ਨੇ ਭਰਾ ਦਾ ਦਰਜਾ ਭਾਈ ਬਾਬਾ ਬੁੱਢਾ ਜੀ ਨੂੰ ਦਿੱਤਾ, ਭਾਈ ਮਰਦਾਨੇ ਨੂੰ, ਭਾਈ ਬਾਲੇ ਨੂੰ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਭਰਾਤਾ ਬਣਾਇਆ। ਐਦੋਂ ਵੱਡੀ ਹੋਰ ਪਦਵੀ ਸਤਿਗੁਰੂ ਜੀ ਕੀ ਦੇਣ। ਪਰ ਕੋਝੇ ਯਤਨ ਕਰਨ ਤੋਂ, ਬਨੌਟੀ ਭਾਈ ਬਣ ਤੋਂ ਅੱਜ ਭਾਈ ਜੀ ਜਿਹਨੂੰ ਬਹੁਤਾ ਹੀ ਹੀਣਾ ਜਿਹਾ ਅੱਖਰ ਕਹਿਣਾ ਹੋਵੇ, ਉਹਨੂੰ ਭਾਈ ਜੀ ਕਹਿ ਕੇ ਲੋਕੀ ਬੁਲਾਉਂਦੇ ਹਨ। ਸੋ ਇਹ ਭਾਈ ਨਾਮ ਹੀ ਬਦਨਾਮ ਹੋ ਗਿਆ। ਹੁਣ ਸੰਤ ਨਾਮ ਨੂੰ ਬਦਨਾਮ ਕਰਨ ਦਾ ਕੋਝਾ ਯਤਨ ਹੋ ਰਿਹਾ ਹੈ। ਸੋ ਆਲਮਗੜ੍ਹ ਨਗਰ ਹੈ, ਸ੍ਰੀ ਮੁਕਤਸਰ ਸਾਹਿਬ ਤੋਂ ਪਰੇ, ਜੋ ਅਬੋਹਰ ਤੋਂ ਕੁਛ ਪਰੇ ਹੈ। ਸੋ ਉੱਥੇ ਇੱਕ ਬਘੇਲ ਸਿੰਘ ਰਹਿੰਦਾ ਸੀ, ਜਿਹਦੀ ਸਾਖੀਆਂ ਆ ਤੁਸੀਂ ਅਖਬਾਰਾਂ 'ਚ ਪੜ੍ਹਦੇ ਰਹੇ ਹੋਗੇ। ਕਿੱਡਾ ਵੱਡਾ ਭਾਰੀ ਪਾਪ ਕੀਤਾ। ਉਹ ਕਹਿੰਦਾ ਮੈਂ ਕ੍ਰਿਸ਼ਨ ਹਾਂ, ਸਿਰ ਤੋਂ ਲੈ ਕੇ ਪੈਰਾਂ ਤੱਕ ਉਹਨਾਂ ਦੇ ਸਾਰੇ ਲਾਲ ਕੱਪੜੇ, ਉਹਦੇ ਚੇਲਿਆਂ ਦੇ ਵੀ ਲਾਲ ਕੱਪੜੇ। ਪੁੱਛਿਆ ਕਾਰਨ ਕੀ? ਕਹਿੰਦੇ ਆ ਕਿ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ। ਸੋ ਜਿਨ੍ਹਾਂ ਦੇ ਅਖੇ ਲਾਲ ਕੱਪੜੇ ਹੋਣ, ਪਰਮੇਸ਼ਰ ਉਹਨਾਂ ਦੇ ਪਾਸ ਰਹਿੰਦਾ ਹੈ। ਰਾਸਾਂ ਪਾਇਆ ਕਰਦੇ, ਇੰਨੀਆਂ ਕੁਰੀਤੀਆਂ ਕਿ ਨੌਜਵਾਨ ਧੀਆਂ ਭੈਣਾਂ ਨੇ ਆਉਣਾ, ਉਹਨਾਂ ਨੂੰ ਨਸ਼ੀਲੀਆਂ ਗੋਲੀਆਂ ਖਵਾ ਕੇ ਉਹਨਾਂ ਦੇ ਨਾਚ ਕਰਾਉਣੇ, ਕਹਿੰਦੇ ਅਸੀਂ ਰਾਸ ਪਾਉਂਦੇ ਹਾਂ। ਔਰ ਬੜਾ ਕੋਝਾ ਯਤਨ, ਅਤਿਅੰਤ ਗੁਰੂ ਕੀ ਸਿੱਖੀ ਨੂੰ ਢਾਹ ਲਾਉਣ ਵਾਲੀ ਗੱਲ। ਸੋ ਅਖੀਰ ਵੇਖ ਲਓ ਕੀ ਹੋਇਆ। ਉਹ ਪਾਪ ਛੇਤੀ ਪਰਮੇਸ਼ਰ ਨੂੰ ਨਹੀਂ ਸੀ ਭਾਉਂਦਾ, ਦਸਮ ਪਾਤਸ਼ਾਹ ਨੂੰ ਸਮਾਪਤ ਕਰਨਾ ਸੀ। ਉਸੇ ਨਗਰ ਦੇ ਵਿੱਚ ਕੁਰੀਤੀ ਕਰ ਰਹੇ ਕਿਸੇ ਵਿਅਕਤੀ ਨੇ ਜਦੋਂ ਵੇਖਿਆ ਸਾਡੀ ਧੀ ਭੈਣ ਕਿਉਂ ਇਹਦੇ ਪਾਸ ਜਾਂਦੀ ਹੈ, ਉਹਨੂੰ ਹਟਾਉਣ ਤੋਂ, ਉਹਦੇ ਗੱਲ ਪੈਣ ਤੋਂ ਸਾਰੇ ਪਿੰਡ ਨੂੰ ਹੀ ਅੱਗ ਲਾ ਦਿੱਤੀ ਔਰ ਛਿੰਦੇ ਵਿੱਚ ਹੀ 13 ਆਦਮੀ ਮਾਰ ਦਿੱਤੇ। ਕਿੱਡਾ ਵੱਡਾ ਭਾਰੀ ਪਾਪ। ਤੇ ਸੰਤ ਪੁਣੇ ਨੂੰ ਖਾਲਸਾ ਜੀ ਕਲੰਕ ਲਾਉਣ ਵਾਲੀ ਇਹ ਗੱਲ ਹੋਈ ਹੈ। ਇਹ ਜਿੰਨੇ ਸਾਰੇ ਯਤਨ ਹੋ ਰਹੇ ਨੇ ਕੇਵਲ ਸਿੱਖੀ ਨੂੰ ਢਾਹ ਲਾਉਣ ਵਾਸਤੇ ਹਨ। ਉਹਨੇ ਵੀ ਆਪਣੀਆਂ ਵੱਖਰੀਆਂ ਕਿਤਾਬਾਂ ਛਾਪੀਆਂ ਸੀ। ਕਹਿੰਦੇ
ਜੋ ਗੁਰੂ ਕੀ ਬਾਣੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਕਿ ਪੁਰਾਣੀ ਹੋ ਚੁੱਕੀ ਹੈ। ਅਸੀਂ ਨਵੇਂ ਅਵਤਾਰ ਜੰਮੇ ਆ, ਮੈਂ ਨੇਕ ਕਲੰਕ ਹਾਂ, ਮੈਂ ਕਲਕੀ ਅਵਤਾਰ ਹੈ। ਥਾਵਾਂ ਥਾਵਾਂ ਤੇ ਜਿਹੜਾ ਪਖੰਡ ਹੋ ਰਿਹਾ ਹੈ, ਗੁਰੂ ਕੇ ਪਿਆਰਿਓ, ਇਹ ਸਭ ਝੂਠ ਹੈ। ਘਰ ਘਰ ਹੋਏ ਬਹੇ ਹੈ ਰਾਮਾ, ਤਿੰਨ ਤੇ ਸਰੇ ਨਾ ਕੋ ਕਾਮਾ। ਕੋਈ ਕੰਮ ਨਹੀਂ ਉਹਨਾਂ ਨੇ ਪਾਸੋਂ ਸਰ ਸਕਣਾ। ਕੋਈ ਜੰਤਰ, ਕੋਈ ਮੰਤਰ, ਕੋਈ ਟੂਣੇ, ਕੋਈ ਤਵੀਤ, ਇੱਥੋਂ ਤੱਕ ਕਿ ਗੁਰੂ ਕੀ ਬਾਣੀ ਦਾ ਸ਼ਬਦ ਲੈ ਕੇ ਉਹੀ ਤਵੀਤ ਵਿੱਚ ਦੇ ਕੇ ਲਾਇਆ ਮਾਈਏ 5 ਰੁਪਈਆਂ ਦਾ, ਆਹ 10 ਰੁਪਈਆਂ ਦਾ, ਆਹ 20 ਰੁਪਈਆਂ ਦਾ। ਇਹੋ ਜਿਹੀ ਗੱਲ ਬਣ ਰਹੀ ਹੈ। ਹਜ਼ੂਰ ਕਹਿੰਦੇ ਹਨ ਤ੍ਰਿਗ ਤਿਨਾਂ ਦਾ ਜੀਵਿਆ, ਜੇ ਲਿਖ ਲਿਖ ਵੇਚਿਆ ਨਾਉ, ਖੇਤੀ ਜਿਨ ਕੀ ਉਜੜੇ ਖਲਵਾੜੇ ਕਿਆ ਥਾਉ। ਲਾਹਨਤ ਕਹੀ ਹੈ ਐਸੇ ਲੋਕਾਂ ਨੇ ਜਿਹੜੇ ਇਹੋ ਜਿਹੇ ਤਵੀਤ ਬਣਾ ਬਣਾ ਕੇ ਦਿੰਦੇ ਹਨ, ਸ਼ਬਦ ਲਿਖ ਲਿਖ ਕੇ ਦਿੰਦੇ ਨੇ ਕਿ ਇੰਨੇ ਰੁਪਈਆਂ ਦਾ ਤਵੀਤ ਮਾਈ ਬੱਚੇ ਦੇ ਗਲ ਵਿੱਚ ਪਾ ਲੈ, ਸੁੱਖ ਹੋਵੇਗੀ। ਬੇਅਦਬੀ ਹੈ ਖਾਲਸਾ ਜੀ। ਸੋ ਇਸ ਵਾਸਤੇ ਗੁਰੂ ਕੇ ਪਿਆਰਿਓ, ਜਿੱਥੇ ਗੁਰੂ ਕੀ ਬਾਣੀ ਦਾ ਸਤਿਕਾਰ ਕਰਨਾ, ਉੱਥੇ ਗੰਦੇ ਤਵੀਤ ਗਲ ਵਿੱਚ ਪਾ ਕੇ ਜੰਗਲ ਮੈਦਾਨ ਜਾਣਾ ਤਾਂ ਵੀ ਉਹਨੇ ਨਾਲ ਰਹਿਣਾ। ਉਹ ਸ਼ਬਦ ਲਿਖੇ ਹੋਏ ਨੇ, ਕਿੱਡੀ ਵੱਡੀ ਭਾਰੀ ਇਹ ਬੇਅਦਬੀ ਤੇ ਪਾਪ ਹੈ। ਇਸ ਵਾਸਤੇ ਇਹਨਾਂ ਸਾਰੀਆਂ ਕੁਰੀਤੀਆਂ ਤੋਂ ਬਚਣ ਵਾਸਤੇ ਯਤਨ ਕਰਨਾ ਚਾਹੀਦਾ ਹੈ। ਸਿੰਘ ਸਭਾ ਸ਼ਤਾਬਦੀ ਕਮੇਟੀ ਸੁਣਿਆ ਕੁਛ ਕੁ ਯਤਨ ਕਰ ਰਹੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਹਿੰਮਤ ਦੇਣ। ਸੋ ਆਪ ਮਿਹਰ ਕਰਨ, ਆਪਣੀ ਨਿਰੋਲ ਗੁਰਮਤਿ ਦਾ ਪ੍ਰਚਾਰ ਜਿਵੇਂ ਪਹਿਲਾਂ ਸਿੰਘ ਸਭਾ ਸ਼ਤਾਬਦੀ ਤੋਂ ਕਰਵਾਇਆ ਸੀ, ਫਿਰ ਸੱਚੇ ਪਾਤਸ਼ਾਹ ਸੁਰਜੀਤ ਕਰਨ। ਕੀ ਵੱਡੀ ਗੱਲ ਹੈ। ਸੋ ਇਹਨਾਂ ਹੀ ਗੁਰਸਿੱਖਾਂ ਨੂੰ ਸੱਚੇ ਪਾਤਸ਼ਾਹ ਸ਼ਕਤੀ ਦੇਣ ਔਰ ਸਾਰੀ ਸੰਗਤ ਗੁਰੂ ਕਾ ਰੂਪ ਸਭ ਦੇ ਰਲ ਮਿਲ ਕੇ ਹੰਬਲਾ ਮਾਰੋ। ਇਹਨਾਂ ਸਾਰੀਆਂ ਕੁਰੀਤੀਆਂ ਨੂੰ ਪਹਿਲਾਂ ਆਪਣੇ ਘਰਾਂ ਵਿੱਚੋਂ ਕੱਢੀਏ, ਫਿਰ ਜਿਹੜੇ ਸਾਡੇ ਸੰਬੰਧੀ ਹਨ ਉਹਨਾਂ ਵਿੱਚੋਂ ਕੱਢੀਏ, ਫਿਰ ਮਿੱਤਰਾਂ ਦੋਸਤਾਂ ਨੂੰ ਸਾਰਿਆਂ ਨੂੰ ਮੰਗਾਰੀਏ ਔਰ ਉਹਨਾਂ ਨੂੰ ਪ੍ਰਚਾਰ ਕੇ ਪ੍ਰੇਮ ਦੇ ਨਾਲ ਜੇ ਕਹੀਏ। ਕੋਈ ਐਸਾ ਹੋਣਾ ਨਹੀਂ ਜਿਹੜਾ ਕਿਸੇ ਦਾ ਮਿੱਤਰ ਨਾ ਹੋਵੇ, ਦੋਸਤ ਨਾ ਹੋਵੇ, ਨਹੀਂ ਤਾਂ ਸੰਬੰਧੀ ਹੋਵੇਗਾ, ਨਹੀਂ ਤਾਂ ਜਾਣੂ ਪਛਾਣੂ ਹੋਵੇਗਾ। ਹੋਰ ਤਾਂ ਕੋਈ ਐਵੇਂ ਤਾਂ ਕੋਈ ਹੈ ਨਹੀਂ ਜਿਹੜੇ ਸਿੰਘ ਹਨ। ਇਸ ਵਾਸਤੇ ਜੇ ਸਾਰਾ ਯਤਨ ਕਰੀਏ ਤਾਂ ਆਪਾਂ ਸਤਿਗੁਰੂ ਜੀ ਦੀ ਓਟ 'ਚ ਲਈਏ ਔਰ ਨਿਰਸ਼ਿਤ ਹੋ ਕੇ ਜੋ ਗੁਰਮਤਿ ਦਾ ਪ੍ਰਚਾਰ ਤਪ ਤੇ ਤਿਆਗ ਦੇ ਨਾਲ ਕਰੀਏ। ਪ੍ਰਭਤਾ ਵਡਿਆਈ ਵਾਸਤੇ, ਅੱਗੇ ਵੱਡੇ ਲੀਡਰ ਬਣਨ ਵਾਸਤੇ ਇਹੋ ਜਿਹੀ ਇੱਛਾ ਮਨ ਵਿੱਚ ਕੇਵਲ ਹੋਵੇ। ਸੋ ਦਿਲੋਂ ਪਿਆਰ ਹੋਵੇ, ਸਿਦਕ ਹੋਵੇ, ਭਰੋਸਾ ਹੋਵੇ, ਆਪਣਾ ਨਿਤਨੇਮ ਹੋਵੇ, ਉੱਚਾ ਜੀਵਨ ਹੋਵੇ। ਸੋ ਆਦਰਸ਼ਿਕ ਜੀਵਨ ਸਾਡਾ ਬਣੇ। ਫਿਰ ਸਾਰਿਆਂ ਨੂੰ ਪ੍ਰਚਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਿੱਖੀ ਵੱਲ ਜੇ ਮੋੜਨਾ ਕਰੀਏ, ਦਸਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਜ਼ਰੂਰ ਮਿਹਰਾਂ ਕਰਨਗੇ। ਸੋ ਆਪ ਮੁਕਤਸਰ ਸਾਹਿਬ ਨੂੰ ਇਹ ਵਰ ਕਿਰਪਾ ਕਰਕੇ ਦੇ ਰਹੇ ਹਨ। ਜੋ ਮੱਝ ਹੈ ਤਿਨ ਹੀ ਅਗ ਖੋਵਾ। ਹਜ਼ੂਰ ਕਹਿੰਦੇ ਨੇ ਜਿਹੜਾ ਜਿਹੜਾ ਵੀ ਇੱਥੇ ਇਸ਼ਨਾਨ ਕਰੇਗਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ, ਉਹਨਾਂ ਦੇ ਸਾਰੇ ਪਾਪ ਹੀ ਨਾਸ ਹੋ ਜਾਣਗੇ। ਅਸ ਮਹਿਮਾ ਸ੍ਰੀ ਮੁਖ ਤੇ ਕਹੀ, ਐਸੀ ਮਹਿਮਾ ਸਤਿਗੁਰੂ ਕਲਗੀਧਰ ਜੀ ਨੇ ਆਪਣੇ ਪਵਿੱਤਰ ਰਸਨਾ ਤੋਂ ਕਹੀ ਹੈ। ਸੋ ਅਬ ਪ੍ਰਗਟ ਜਗਤ ਮਹਿ ਸਹੀ। ਸੋ ਭਾਈ ਸਾਹਿਬ ਜੀ ਕਹਿੰਦੇ ਨੇ ਉਹ ਸਹੀ ਸੰਸਾਰ ਦੇ ਵਿੱਚ ਇਹ ਗੱਲ ਪ੍ਰਗਟ ਹੈ। ਜੋ ਜੋ ਜਾ ਕੇ ਉੱਥੇ ਇਸ਼ਨਾਨ ਕਰਦੇ ਹਨ, ਸੋ ਜੋ ਜੋ ਗੁਰੂ ਕੀ ਸਿੱਖੀ ਕਮਾਉਂਦੇ ਹਨ, ਉਹਨਾਂ ਗੁਰੂ ਕੇ ਪਿਆਰਿਆਂ ਨਾਲ ਸਿਦਕ ਡੋਲਿਆ ਹੋਇਆ ਸਿਦਕ ਵੀ ਉੱਥੇ ਗੰਢਿਆ ਜਾਂਦਾ ਹੈ। ਟੁੱਟੀ ਹੋਈ ਸੁਰਤ ਵੀ ਗੰਢੀ ਜਾਂਦੀ ਹੈ, ਟੁੱਟੀ ਹੋਈ ਸਿੱਖੀ ਵੀ ਗੰਢੀ ਜਾਂਦੀ ਹੈ, ਟੁੱਟੀ ਹੋਈ ਪ੍ਰੀਤ ਗੁਰੂ ਕੇ ਚਰਨਾਂ ਨਾਲ ਗੰਢੀ ਜਾਂਦੀ ਹੈ। ਜੋ ਕਲਗੀਧਰ ਦੇ ਚਰਨਾਂ ਵਿੱਚ ਅਰਦਾਸ ਕਰਨ, ਸੱਚੇ ਪਾਤਸ਼ਾਹ ਜਿਵੇਂ 40 ਮੁਕਤਿਆਂ ਦੀ ਕੁਰਬਾਨੀ ਦਾ ਸਦਕਾ ਤੁਸੀਂ ਦੇਸ਼ ਦੀ ਟੁੱਟੀ ਗੰਢੀ ਸੀ, ਸਾਡੀ ਟੁੱਟੀ ਹੋਈ ਪ੍ਰੀਤੀ ਵੀ ਆਪਣੇ ਚਰਨਾਂ ਨਾਲ ਫਿਰ ਗੰਢ ਲਓ। ਮਿਹਰ ਕਰੋ ਸੱਚੇ ਪਾਤਸ਼ਾਹ। ਕਲਗੀਆਂ ਵਾਲੇ ਜ਼ਰੂਰ ਹਾਜ਼ਰ ਨਾਜ਼ਰ ਹਨ, ਪ੍ਰਤੱਖ ਜਾਗਦੀ ਜੋਰ ਸੱਚੇ ਪਾਤਸ਼ਾਹ ਜੀ ਦੀ ਮਿਹਰਾਂ ਕਰਦੇ ਹਨ। ਦੋਹਰਾ ਦਹਾ ਕਰੇ ਸਿੱਖ ਖਰੇ ਗੁਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਖੜੇ ਹੋ ਕਰਕੇ ਸਾਰੇ ਸਿੰਘਾਂ ਦਾ ਜਦੋਂ ਸੰਸਕਾਰ ਕੀਤਾ, ਇੱਕ ਸਿੰਘ ਤਬ ਆਏ। ਉਸ ਵੇਲੇ ਇੱਕ ਸਿੰਘ ਹੱਥ ਆਇਆ ਮਹਾਰਾਜ ਸਾਹਿਬ ਦੇ ਪਾਸ, ਹੱਥ ਜੋੜ ਬੋਲਤ ਭਇਓ। ਇਹ ਹੱਥ ਜੋੜ ਕੇ ਬੋਲਿਆ, ਨਾਰ ਪਰੀ ਇੱਕ ਥਾਏ। ਸੱਚੇ ਪਾਤਸ਼ਾਹ ਇੱਕ ਥਾਂ ਤੇ ਇੱਕ ਮਾਤਾ ਫੱਟੜ ਹੋਈ ਪਈ ਹੈ। ਮਾਤਾ ਭਾਗ ਕੌਰ ਜੀ ਦੇ ਬਾਰੇ ਇਹਨੇ ਆ ਕੇ ਮਹਾਰਾਜ ਸਾਹਿਬ ਨੂੰ ਖਬਰ ਦਿੱਤੀ ਹੈ। ਕਿਉਂ ਪਈ ਲਖੀਅਤ ਲਰੀ ਸੰਗ ਤੁਰਕਾਨੇ। ਇਹ ਸਿੰਘ ਕਹਿੰਦਾ ਮਹਾਰਾਜ ਇਉਂ ਜਾਣਿਆ ਜਾਂਦਾ ਹੈ ਜਿਵੇਂ ਉਹ ਮਾਤਾ ਵੀ ਤੁਰਕਾਂ ਦੇ ਨਾਲ ਲੜੀ ਹੈ ਸਿੰਘਾਂ ਵੱਲ ਹੋ ਕੇ। ਏਤਕ ਘਾਉ ਲਗੇ ਤਨ ਜਾਣੇ। ਸੋ ਕਿਤਨੇ ਕਿ ਜ਼ਖਮ ਉਸਦੇ ਸਰੀਰ ਨੂੰ ਲੱਗੇ ਹੋਏ ਜਾਣਨਾ ਕੀਤੇ ਹਨ। ਮਾਈਆਂ ਵੀ ਇਸ ਪ੍ਰਸੰਗ ਤੋਂ ਲਾਭ ਉਠਾਉਣ ਕਿ ਕਿਵੇਂ ਕਲਗੀਧਰ ਸੱਚੇ ਪਾਤਸ਼ਾਹ ਦੀਆਂ ਪੁੱਤਰੀਆਂ ਨੇ ਅੰਮ੍ਰਿਤ ਛਕ ਕੇ, ਜਿੱਥੇ ਪੁੱਤਰਾਂ ਨੇ ਜੰਗ ਕੀਤਾ ਉੱਥੇ ਮਾਤਾਵਾਂ ਨੇ ਵੀ ਨਾਲ ਜੰਗ ਕੀਤਾ ਹੈ। ਜਿੱਥੇ ਭਰਾਵਾਂ ਨੇ ਕੁਰਬਾਨੀ ਕੀਤੀ ਉੱਥੇ ਭੈਣਾਂ ਵੀ ਪਿੱਛੇ ਨਹੀਂ ਰਹੀਆਂ, ਕਿਉਂਕਿ ਸਤਿਗੁਰੂ ਕਲਗੀਧਰ ਜੀ ਨੇ ਖਜ਼ਾਨਾ ਨਾਮ ਦਾ, ਬਾਣੀ ਦਾ, ਖੰਡੇ ਦੇ ਅੰਮ੍ਰਿਤ ਦਾ ਖਜ਼ਾਨਾ ਬਰਾਬਰ ਦਿੱਤਾ ਹੈ। ਫਰਕ ਨਹੀਂ ਕੋਈ ਰੱਖਿਆ, ਤਿਰਸਕਾਰ ਨਹੀਂ ਕੀਤਾ, ਨਰਾਦਰੀ ਨਹੀਂ ਕੀਤੀ। ਸੋ ਕੋਈ ਕਿਸੇ ਪ੍ਰਕਾਰ ਦਾ ਫਰਕ ਨਹੀਂ ਰੱਖਿਆ। ਸੋ ਗਰੀਬ ਨਵਾਜ਼ ਜੀ ਨੇ ਕਿਰਪਾ ਕੀਤੀ ਹੈ, ਜਿੱਥੇ ਅੰਮ੍ਰਿਤ ਦੀ ਦਾਤ ਬਰਾਬਰ, ਜਿੱਥੇ ਗੁਰੂ ਕੀ ਬਾਣੀ ਪੜ੍ਹਨ ਦੀ ਬਰਾਬਰਤਾ, ਜਿੱਥੇ ਰਹਿਤ ਮਰਿਆਦਾ ਉਹੀ ਜੋ ਸਿੰਘ ਦੀ ਉਹੀ ਸਿੰਘਣੀ ਦੀ, ਉੱਥੇ ਮਾਈਆਂ ਨੂੰ ਤੇ ਭੈਣਾਂ ਨੂੰ ਵੀ ਚਾਹੀਦਾ ਹੈ ਕਿ ਉਸੇ ਤਰ੍ਹਾਂ ਦਾ ਜੀਵਨ ਬਣਾਉਣ ਜਿਹੋ ਜਿਹੇ ਸਿੰਘ ਬਣਾਉਂਦੇ ਹਨ।
ਖਾਸ ਕਰਕੇ ਮਾਈਆਂ ਨੂੰ ਬਹੁਤਾ ਪਖੰਡੀ ਲੋਕ ਪੁਚਲਾਉਂਦੇ ਹਨ। ਮਾਈਆਂ ਵੱਲੋਂ ਪਹਿਲਾਂ ਇਹ ਪਖੰਡ ਵਾਲੇ ਜਿਹੜੇ ਹਨ ਸੋ ਆਪਣਾ ਪਖੰਡ ਪ੍ਰਗਟ ਕਰਦੇ ਹਨ। ਸੋ ਮਾਈਆਂ ਨੂੰ ਆਪਣਾ ਜੀਵਨ ਬਹੁਤ ਹੀ ਉੱਚਾ ਬਣਾ ਕੇ ਇਹਨਾਂ ਪਖੰਡਾਂ ਤੋਂ ਬਚ ਕੇ ਰਹਿਤ ਮਰਿਆਦਾ ਵਿੱਚ ਔਰ ਗੁਰੂ ਕੀ ਬਾਣੀ ਵਿੱਚ ਦੇ ਨਿਤਨੇਮ ਦੇ ਵਿੱਚ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਲੈ ਕੇ ਲਾਉਣਾ ਚਾਹੀਦਾ ਹੈ ਔਰ ਆਪਣਾ ਜੀਵਨ ਉੱਚਾ ਬਣਾਉਣਾ ਚਾਹੀਦਾ ਹੈ। ਸੋ ਇਹ ਕਹਿੰਦੇ ਸੱਚੇ ਪਾਤਸ਼ਾਹ ਇਉਂ ਜਾਣਿਆ ਜਾਂਦਾ ਹੈ ਕਿ ਤੁਰਕਾਂ ਦੇ ਨਾਲ ਉਹ ਮਾਈ ਲੜੀ ਹੈ। ਕਿਤਨੇ ਕਿ ਜ਼ਖਮ ਉਹਦੇ ਸਰੀਰ ਤੇ ਲੱਗੇ ਹੋਏ ਜਾਣੇ ਹਨ। ਰਹੀ ਜੀਵਤੀ ਬੇਬਲ ਨਾਹੀ, ਉਹ ਸੱਚੇ ਪਾਤਸ਼ਾਹ ਜੀ ਜਿਉਂਦੀ ਰਹੀ ਹੈ, ਸਰੀਰ ਬਹੁਤਾ ਬੇਬਲ ਨਹੀਂ ਹੋਇਆ, ਬੇਹੋਸ਼ ਨਹੀਂ ਹੋਇਆ, ਸੁਰਤ ਵਿੱਚ ਹੈ। ਸ੍ਰੀ ਪ੍ਰਭ ਆਪ ਦੇਖੀਐ ਤਾਹੀ, ਸ੍ਰੀ ਪ੍ਰਭੂ ਜੀ ਆਪ ਚਲੋ ਚੱਲ ਕੇ ਦਰਸ਼ਨ ਦਿਓ। ਹੁਣ ਗੁਰ ਮੰਦ ਮੰਦ ਮੁਸਕਾਏ, ਸੁਣ ਕਰਕੇ ਅੰਤਰਜਾਮੀ ਸਤਿਗੁਰੂ ਜੀ ਸਭ ਜਾਣਦੇ ਹਨ। ਹੌਲੀ ਹੌਲੀ ਸੱਚੇ ਪਾਤਸ਼ਾਹ ਜੀ ਮੁਸਕਰਾਏ ਹਨ, ਹੱਸੇ ਹਨ। ਗਮਨੇਤ ਹੈ ਸਿੱਖ ਕਰ ਅਗਵਾਏ, ਉਸ ਸਿੱਖ ਨੂੰ ਅੱਗੇ ਲਾ ਕੇ ਜਾਣਦੇ ਆਪ ਹਨ ਸਭ ਕੁਝ, ਪਰ ਉਹ ਸਿੰਘ ਨੂੰ ਅੱਗੇ ਲਾ ਕੇ ਸੱਚੇ ਪਾਤਸ਼ਾਹ ਜੀ ਚੱਲ ਪੈਣ ਉਸ ਪਾਸੇ। ਝਾੜਨ ਬੀਚ ਪਰੀ ਪਟ ਫਟੇ, ਸੋ ਝਾੜਾਂ ਦੇ ਵਿੱਚ ਪਈ ਹੈ ਇਹ ਮਾਈ ਜਿਸ ਤੇ ਬਸਤਰ ਜੰਗ ਕਰਦਿਆਂ ਫਟ ਚੁੱਕੇ ਹਨ। ਕੀਤਕ ਸ਼ਸਤਰ ਲੱਗੇ ਪਲ ਕੱਟੇ, ਸੋ ਕਿਤਨੇ ਕਿ ਸ਼ਸਤਰ ਲੱਗੇ ਹਨ ਤੇ ਪਲ ਮਾਸ ਕੱਟਿਆ ਹੋਇਆ। ਕਈਆਂ ਥਾਵਾਂ ਤੇ ਸ਼ਸਤਰ ਲੱਗ ਕੇ ਜ਼ਖਮ ਹੋਏ ਹੋਏ ਨੇ, ਪਲ ਮਾਸ ਕੱਟਿਆ ਹੋਇਆ ਹੈ ਕਈਆਂ ਥਾਵਾਂ ਤੋਂ। ਜਾਏ ਖਰੇ ਸਤਿਗੁਰੂ ਨਿਹਾਰੀ, ਜਾ ਕੇ ਸਤਿਗੁਰੂ ਜੀ ਖੜੇ ਹੋਏ ਵੇਖਣਾ ਕੀਤਾ ਇਸ ਮਾਈ ਵੱਲ। ਸ੍ਰੀ ਮੁਖ ਤੇ ਮੁਸਕਾਏ ਉਚਾਰੀ, ਸੁਭਾਇਮਾਨ ਮੁਖੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਸਤਿਗੁਰੂ ਜੀ ਮੁਸਕਰਾ ਕੇ ਇਉਂ ਕਹਿਣ ਲੱਗੇ, ਪੁੱਤਾਂ ਕਾਰਨ ਆਈ ਹੈ ਪੀਰੀ। ਸੋ ਆਪਣੇ ਪੁੱਤਾਂ ਨੂੰ ਬਖਸ਼ਾਉਣ ਵਾਸਤੇ ਪੀਰਾ ਸਤਿਗੁਰਾਂ ਦੇ ਪਾਸ ਮਾਈ ਆਈ ਹੈ, ਆਪਣੇ ਪੁੱਤਰਾਂ ਨੂੰ ਬਖਸ਼ਾਉਣ ਵਾਸਤੇ, ਆਪਣੇ ਪੁੱਤਰਾਂ ਤੇ ਮਿਹਰ ਕਰਵਾਉਣ ਵਾਸਤੇ। ਜੇ ਗਲਤੀ ਕਰ ਜਾਣ ਨੇ ਜਾਣੀਏ ਕਿਤੇ ਪੁੱਤਰ ਬੇਦਾਵਾ ਲਿਖ ਕੇ ਦੇਣ ਤਾਂ ਉਹ ਬੇਦਾਵਾ ਪੜਵਾ ਲਵਾਂਗੇ। ਸੋ ਆਪਣੇ ਪੁੱਤਰਾਂ ਦੀ ਸਹਾਇਤਾ ਵਾਸਤੇ, ਆਪਣੇ ਪੁੱਤਰਾਂ ਨੂੰ ਅਸੀਸਾਂ ਦਿਵਾਉਣ ਵਾਸਤੇ। ਪੁੱਤਾ ਮਾਤਾ ਕੀ ਆਸੀਸ, ਨਿਮਖ ਨ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਸੋ ਆਪਣੇ ਪੁੱਤਰਾਂ ਨੂੰ ਬਖਸ਼ਾਉਣ ਦੇ ਕਾਰਨ ਨੂੰ ਲੈ ਕਰਕੇ ਇਹ ਮਾਈ ਇੱਥੇ ਆਈ ਹੈ। ਉਥਣ ਲਾਹੇ ਲਈ ਬੇਪੀਰੀ, ਸੋ ਹੁਣ ਤੂੰ ਹੇ ਮਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਪੀੜ ਤੋਂ ਤੂੰ ਰਹਿਤ ਹੋ ਗਈ ਹੈ। ਸੋ ਤੂੰ ਸਲਵਾਰ ਉਤਾਰੀ ਹੋਈ ਹੈ, ਤੂੰ ਤੇੜ ਕਸ਼ਹਿਰਾ ਹੀ ਪਾਇਆ ਹੋਇਆ ਹੈ। ਜਿਵੇਂ ਸਿੰਘਾਂ ਦਾ ਭੇਸ ਸੀ ਉਸੇ ਤਰ੍ਹਾਂ ਦਾ ਮਾਤਾ ਦਾ ਲਿਬਾਸ ਸੀ। ਸੋ ਸਲਵਾਰ ਨਹੀਂ ਸੀ ਪਾਈ ਹੋਈ, ਕਸ਼ਹਿਰਾ ਪਾਇਆ ਹੋਇਆ ਸੀ ਤੇ ਬਾਕੀ ਜੋ ਵੱਡਾ ਚਾਦਰਾ ਸੀ ਉਹਨੂੰ ਆਪਣੇ ਉਦਾਲੇ ਲਪੇਟਿਆ ਹੋਇਆ ਸੀ। ਅਵਧੂਤਣ ਸੀ ਮਾਤਾ, ਬਹੁਤੀ ਬ੍ਰਹਤ ਸੀ, ਬ੍ਰਹਮ ਗਿਆਨ ਵਿੱਚ ਲੀਨ ਸੀ, ਦੇਹ ਦਿਆਸ ਤੋਂ ਪਰੇ ਹੋਈ ਸੀ। ਸੋ ਸਲਵਾਰ ਨੂੰ ਲਾ ਕੇ ਤੂੰ ਕਸ਼ਹਿਰਾ ਪਾਇਆ ਹੋਇਆ ਹੈ ਤੇ ਪੀੜ ਤੋਂ ਰਹਿਤ ਹੋਈ ਹੈ। ਤੈਨੂੰ ਪੀੜ ਨਹੀਂ, ਇਹਨਾਂ ਫੱਟਾਂ ਦੀ ਜ਼ਖਮਾਂ ਦੀ ਤੈਨੂੰ ਪੀੜ ਨਹੀਂ ਹੈ। ਇਮ ਕਹੇ ਕਰਨਾ ਦ੍ਰਿਸ਼ਟ ਨਿਹਾਰੀ, ਕਿਉਂ ਕਹਿ ਕੇ ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੰਤਰਜਾਮੀ ਸਤਿਗੁਰੂ ਜੀ ਨੇ ਕਿਰਪਾ ਭਰੀ ਨਿਗਾਹ ਦੇ ਨਾਲ ਇਸ ਮਾਤਾ ਵੱਲ ਵੀ ਤੱਕਿਆ। ਤਨ ਘਾਵਨ ਕੀ ਪੀਰ ਬੇਦਾਰੀ, ਸੋ ਜੋ ਸਰੀਰ ਤੇ ਜ਼ਖਮ ਲੱਗੇ ਹੋਏ ਸਨ, ਇਹਨਾਂ ਦੀ ਪੀੜ ਜੋ ਕੁਛ ਹੋ ਰਹੀ ਸੀ, ਉਹ ਸਭ ਪੀੜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਰ ਕਰ ਦਿੱਤੀ ਹੈ। ਐਸੀ ਕਿਰਪਾ ਭਰੀ ਨਿਗਾਹ ਦਸਮ ਪਾਤਸ਼ਾਹ ਜੀ ਦੀ। ਉੱਠ ਤੂੰ ਚੱਲਿਆ ਹੈ ਸੰਗ ਹਮਾਰੇ, ਉੱਠ ਮਾਈ ਸਾਵਧਾਨ ਹੋ, ਤੂੰ ਵੀ ਸਾਡੇ ਨਾਲ ਚੱਲ। ਜਹ ਮਨੋਰਥ ਪੁਰਵੈ ਸਾਰੇ, ਜੋ ਮਾਈ ਤੂੰ ਸੰਕਲਪ ਚਾਹੁੰਦੀ ਹੈ ਉਹ ਤੇਰੇ ਸੰਕਲਪ ਸਾਰੇ ਪੂਰੇ ਕਰ ਦੇਈਏ। ਸੁਣ ਕਰ ਉੱਠੀ ਬੰਦਨਾ ਠਾਨੀ, ਇਹ ਸਤਿਗੁਰੂ ਜੀ ਦਾ ਬਚਨ ਸੁਣ ਕਰਕੇ ਉੱਠੀ ਹੈ। ਸਤਿਗੁਰੂ ਕਲਗੀਧਰ ਦੇ ਚਰਨਾਂ ਤੇ ਮੱਥਾ ਟੇਕਿਆ, ਨਾਲ ਫਤਿਹ ਗਜਾਈ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਿਕ ਆਨੰਦਤ ਗਿਰਾ ਬਖਾਨੀ, ਬੜੀ ਆਨੰਦ ਸਹਿਤ ਹੋ ਕਰਕੇ ਮਾਈ ਨੇ ਇਹ ਬਚਨ ਕਹੇ ਕਲਗੀਧਰ ਦੇ ਚਰਨਾਂ ਵਿੱਚ। ਜਦ ਮਾਝੇ ਤੇ ਸਿੱਖ ਗਾਨ ਚੱਲੇ, ਜਦੋਂ ਮਹਾਰਾਜ ਸਾਹਿਬ ਜੀ ਮਾਝੇ ਦੇ ਵਿੱਚੋਂ ਬਹੁਤ ਸਾਰੇ ਸਿੰਘ ਚੱਲੇ ਸਨ ਸੱਚੇ ਪਾਤਸ਼ਾਹ। ਰਾਵਰ ਕੇ ਦਰਸ਼ਨ ਹਿਤ ਮਿਲੇ, ਤੁਹਾਡੇ ਦਰਸ਼ਨਾਂ ਦੇ ਹਿਤ ਵਾਸਤੇ ਮਿਲ ਕੇ ਆਏ ਸਨ ਇਕੱਠੇ ਹੋ ਕੇ। ਪ੍ਰੇਮੀ ਲੋਕ ਜਿਹੜੇ ਆਏ, ਮਾਤਾ ਉਹਨਾਂ ਦੇ ਨਾਲ ਆਈ ਹੈ। ਜਿਹੜੇ ਰਾਜਨੀਤਿਕ ਪੰਚਾਇਤਾਂ ਬੇਦਾਵਾ ਲਿਖ ਕੇ ਦੇਣ ਵਾਸਤੇ ਆਈਆਂ ਸਨ ਉਹਨਾਂ ਦੇ ਨਾਲ ਨਹੀਂ। ਭਾਵੇਂ ਅੱਗੇ ਇਕੱਠੇ ਹੋ ਗਏ ਨੇ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ। ਅੱਜ ਕੱਲ੍ਹ ਵਰਗੀ ਮੌਜ ਨਹੀਂ ਸੀ ਕਿ ਚਾਟੀ ਹਰੀਕੇ ਪੱਤਣ ਤੋਂ ਮੋਟਰ ਰਾਹੀਂ ਲੰਘ ਕੇ ਮੁਕਤਸਰ ਸਾਹਿਬ ਚਾਟੀ 2-3 ਘੰਟਿਆਂ ਵਿੱਚ ਕੋਈ ਮਾਝੇ ਵਿੱਚ ਪਹੁੰਚ ਜਾਵੇਗਾ। ਉਦੋਂ ਪਹੁੰਚਣਾ ਵੀ ਬੜਾ ਭਾਰੀ ਮੁਸ਼ਕਿਲ ਸੀ।
ਪਰ ਜਿਹੜੇ ਤੁਹਾਡੇ ਦਰਸ਼ਨਾਂ ਵਾਸਤੇ ਮਿਲੇ ਸਨ ਉਹਨਾਂ ਨਾਲ ਮਿਲ ਕੇ ਆਈ ਹਾਂ। ਤਬ ਮੈਂ ਸੁਤ ਕੀ ਧਰ ਉਰੇ ਆਸਾ, ਉਸ ਵੇਲੇ ਮੈਂ ਪੁੱਤਰ ਦੀ ਆਸਾ ਹਿਰਦੇ ਵਿੱਚ ਧਾਰੀ ਸੀ। ਪਹੁੰਚੀ ਆਏ ਤੁਮਾਰੇ ਪਾਸਾ, ਤੁਹਾਡੇ ਪਾਸ ਆ ਕੇ ਹਜੂਰ ਸੱਚੇ ਪਾਤਸ਼ਾਹ ਪਹੁੰਚੀ। ਇਹਾਂ ਲੜਨ ਕੋ ਕਾਰਨ ਹੇਰਾ, ਪਰ ਇੱਥੇ ਮੈਂ ਵੇਖ ਰਿਹਾ ਕਿ ਲੜਨ ਦਾ ਕਾਰਨ ਬਣ ਗਿਆ ਹੈ। ਤੁਰਕ ਚੜ ਕੇ ਆਏ ਹਨ, ਧਾਰਮਿਕ ਯੁੱਧ ਵਿੱਚ ਜੂਝਣਾ ਹੈ। ਕੁਝ ਵਿਸਿਦਕੇ ਲੋਕ ਇੱਥੇ ਵਿਸਿਦਕੇ ਹੋ ਚੁੱਕੇ ਸਨ, ਸੋ ਇਸ ਵਾਸਤੇ ਲੜਨ ਦਾ ਕਾਰਨ ਬਣਿਆ। ਮੈਂ ਨਾਲ ਆਏ ਹੋਏ ਪੁੱਤਰਾਂ ਸਿੰਘਾਂ ਨੂੰ ਵਗਾਰਿਆ ਕਿ ਪੁੱਤਰੋ ਹੁਣ ਇਉਂ ਬੇਮੁਖ ਹੋ ਕੇ ਨਹੀਂ ਜਾਣਾ, ਸਾਵਧਾਨ ਹੋਵੋ, ਮੈਂ ਤੁਹਾਡੇ ਨਾਲ ਲੜਾਂਗੀ, ਆਪਾਂ ਟੁੱਟੀ ਹੋਈ ਗੰਢਾ ਲਈਏ। ਇਸ ਵਾਸਤੇ ਇੱਥੇ ਧਾਰਮਿਕ ਯੁੱਧ ਕਰਨ ਦਾ ਲੜਨ ਦਾ ਕਾਰਨ ਵਜ੍ਹਾ ਬਣ ਗਈ। ਗੁਰ ਹਿਤ ਉਮਕਿਓ ਹੀਆ ਕਨੇਰਾ, ਸੋ ਸਤਿਗੁਰੂ ਜੀ ਤੁਹਾਡੇ ਵਾਸਤੇ ਮੇਰਾ ਹਿਰਦਾ ਵੀ ਬੜਾ ਭਾਰੀ ਉਛਲਿਆ ਕਿ ਗੁਰੂ ਕੇ ਵਾਸਤੇ ਜੰਗ ਕਰੀਏ। ਮਿਲ ਸਿੰਘਨ ਕੇ ਸੰਗ ਇਥਾਈ, ਮੈਂ ਵੀ ਸਿੰਘਾਂ ਦੇ ਨਾਲ ਮਿਲ ਕਰਕੇ ਇਸ ਥਾਂ ਤੇ ਤੁਰਕਨ ਸਾਥ ਮਚਾਏ ਲੜਾਈ, ਤੁਹਾਡੀ ਕਿਰਪਾ ਦੇ ਨਾਲ ਤੁਰਕਾਂ ਦੇ ਨਾਲ ਲੜਾਈ ਮਚਾਈ ਹੈ। ਉਤੀ ਸੰਗ ਗਰਵੀ ਕਰ ਮੇਰੇ ਹੱਥ ਦੇ ਵਿੱਚ ਗਰਵੀ ਭਾਰੀ ਸਾਂਗ ਬਰਸ਼ੀ ਸੀ। ਦੁਸ਼ਮਨ ਆਨ ਟੁਕਿਓ ਜਬ ਨੇਰੇ, ਪਹਿਲਾਂ ਮੈਂ ਤਲਵਾਰ ਦੇ ਨਾਲ ਬੜੇ ਭਾਰੀ ਮਾਰੇ ਨਾਸ ਕੀਤੇ, ਜਦੋਂ ਤਲਵਾਰ ਟੁੱਟ ਗਈ ਤਾਂ ਹੱਥ ਵਿੱਚ ਬਰਸ਼ੀ ਲਈ। ਸੋ ਦੁਸ਼ਮਣ ਚਾਰ ਚਫੇਰਿਓਂ ਬਹੁਤੇ ਜਦੋਂ ਮੇਰੇ ਨੇੜੇ ਹੀ ਆ ਟੁਕੇ। ਬਲ ਤੇ ਹਟੀ ਪਰੋਵਨ ਕੀਨਾ, ਸੋ ਮੈਂ ਬਲ ਦੇ ਨਾਲ ਮਾਰ ਮਾਰ ਕਰਕੇ ਪਰੋ ਦਿੱਤੇ ਬਹੁਤੇ ਮੁਸਲੇ। ਐਜ ਤੁਰੰਗ ਤੇ ਡਾਰ ਸੋ ਦੀਨਾ, ਇੱਕ ਵੱਡਾ ਮੁਸਲਾ ਚੜ ਕੇ ਆਇਆ। ਮੈਂ ਖਿੱਚ ਕੇ ਜਦੋਂ ਇਹ ਬਰਸ਼ੀ ਉਹਦੇ ਮਾਰੀ, ਉਹਨੂੰ ਖਿੱਚ ਕੇ ਘੋੜੇ ਦੇ ਉੱਤੋਂ ਥੱਲੇ ਸਿੱਟ ਦਿੱਤਾ ਸੀ। अपरे आन कै खेच किरपान, ਹੋਰ ਬਹੁਤ ਸਾਰੇ ਉਦਾਲੇ ਮੇਰੇ ਆਏ। ਬਹੁਤਿਆਂ ਨੇ ਕਿਰਪਾਨਾਂ ਆਪਣੀਆਂ ਖਿੱਚ ਕਰਕੇ ਘੇਰਾ ਪਾ ਕੇ ਉਦਾਲੇ ਮੇਰੇ। ਇੱਕ ਦੋ ਵਾਰ ਕਰੇ ਬਲ ਠਾਨ, ਬੜਾ ਭਾਰੀ ਬਲ ਕਰਕੇ ਇੱਕ ਦੋ ਵਾਰ ਮੇਰੇ ਸਰੀਰ ਦੇ ਉੱਪਰ ਉਹਨਾਂ ਨੇ ਕੀਤੇ। ਬਹੁਤੇ ਨਹੀਂ ਮੈਂ ਲੱਗਣ ਦਿੱਤੇ, ਸਾਵਧਾਨ ਰਹੀ। ਪਰ ਜਦੋਂ ਚਾਰ ਚਫੇਰਿਓਂ ਬਹੁਤੇ ਹੀ ਆ ਗਏ, ਇੱਕ ਦੋ ਚਾਰ ਵਾਰ ਮੇਰੇ ਸਰੀਰ ਦੇ ਉੱਪਰ ਉਹਨਾਂ ਨੇ ਬਲ ਕਰਕੇ ਲਾ ਦਿੱਤੇ। ਰਾਵਰ ਦੇ ਕਰ ਹੱਥ ਬਚਾਈ, ਆਪ ਜੀ ਨੇ ਮਹਾਰਾਜ ਕਿਰਪਾ ਭਰਿਆ ਹੱਥ ਦੇ ਕੇ ਮੇਰੀ ਜਾਨ ਬਚਾ ਲਈ ਹੈ। ਅਬ ਬਾਂਛਾ ਮੁਝ ਰਹੀ ਨਾ ਕਾਈ, ਮਹਾਰਾਜ ਹੁਣ ਪੁੱਤਰ ਪੱਤਰ ਦੀ ਇੱਛਾ ਮਨ ਵਿੱਚ ਰਹੀ ਨਹੀਂ। ਤੁਹਾਡੇ ਦਰਸ਼ਨ ਕਰਕੇ ਸੱਚੇ ਪਾਤਸ਼ਾਹ ਜੀ ਦਰਸ਼ਨ ਡਿੱਠੇ ਲਹਿਣ ਵਿਜੋਗਾ ਜੀਓ। ਸਤਿਗੁਰ ਸੰਗ ਰਹੋ ਨਿਤ ਆਵੈ, ਹੁਣ ਸਤਿਗੁਰੂ ਜੀ ਮੈਂ ਤੁਹਾਡੇ ਚਰਨਾਂ 'ਚ ਨਾਲ ਹੀ ਸਦਾ ਵਾਸਤੇ ਹੁਣ ਰਹਾਂਗੀ। ਜਗਤ ਕਾਨ ਕੀ ਲਾਜ ਤਜ ਸਭੈ, ਮੈਂ ਜਗਤ ਦੀ ਕਾਨ ਕਨੋਟ ਤੇ ਲੱਜਿਆ ਸਾਰੀ ਛੱਡ ਕਰਕੇ ਮਹਾਰਾਜ ਤੁਹਾਡੇ ਚਰਨਾਂ ਵਿੱਚ ਰਹਾਂਗੀ। ਅਬ ਹਮ ਚਲੀ ਠਾकुर ਪੈ ਹਾਰ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਲੋਗਨ ਕੀ ਚਤਰਾਈ, ਲੋਕਨ ਕੀ ਚਤਰਾਈ ਉਪਮਾ, ਤੇ ਬੈ ਸੰਤਰ जार। ਭਾਵੇਂ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤੰਦ ਯੋ ਹੈ ਧਾਰ। ਜੋ ਆਵਤ ਸਰਨ ਠਾकुर ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ। ਨਾਨਕ ਸਰਨ ਤੁਹਾਰੀ ਹਰ ਜਿਉ, ਰਾਖੋ ਲਾਜ ਮੁਰਾਰ। ਸੋ ਕਬੀਰ ਲੋਕ ਕੈ ਨਿੰਦਾ ਬਪੜਾ, ਜੇ ਮੁਖ ਨਾਹੀ ਗਿਆਨ। ਸੋ ਰਾਮ ਕਬੀਰਾ ਰਬ ਰਹੇ ਅਵਰ ਤਜੇ ਸਭ ਕਾਮ। ਦੁਨੀਆ ਦੀ ਕਾਨ ਕਨੋਟ ਲੱਜਿਆ ਛੱਡ ਕੇ ਤੁਹਾਡੇ ਨਾਲ ਹੀ ਸੱਚੇ ਪਾਤਸ਼ਾਹ ਰਹਾਂਗੀ। ਬਿਕਸੇ ਸਤਿਗੁਰ ਬਾਕ ਉਚਾਰਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਹੱਸ ਪਏ ਹਨ। ਵੇਖ ਕੇ ਅੰਤਰਜਾਮੀ ਸਤਿਗੁਰੂ ਜੀ ਪ੍ਰਸੰਨ ਹੋਏ ਨੇ ਕਿ ਠੀਕ ਜੋ ਅੰਮ੍ਰਿਤ ਦੀ ਦਾਤ ਸੀ ਉਹ ਇਸ ਮਾਤਾ ਨੇ ਵੀ ਛਕੀ ਹੈ ਤੇ ਛੇਰਨੀ ਬਣੀ ਹੈ। ਸੋ ਇਉਂ ਜਾਣ ਕੇ ਖੁਸ਼ ਹੋ ਕੇ ਹਜੂਰ ਸੱਚੇ ਪਾਤਸ਼ਾਹ ਨੇ ਪਵਿੱਤਰ ਬਚਨ ਕਹੇ। ਭਲੋ ਮਨੋਰਥ ਤੈ ਉਰ ਧਾਰਾ, ਇਹ ਬੜਾ ਭਾਰੀ ਭਲਾ ਸੰਕਲਪ ਮਾਤਾ ਤੈ ਆਪਣੇ ਮਨ ਵਿੱਚ ਧਾਰਿਆ ਹੈ। ਜਨਮ ਮਰਨ ਤੇ ਅਬ ਛੁੱਟ ਜਾ ਹੈ, ਚੰਗਾ ਹੁਣ ਮਾਤਾ ਤੂੰ ਜੰਮਣ ਮਰਨ ਵਿੱਚ ਨਹੀਂ ਆਵੇਂਗੀ, ਜੰਮਣ ਮਰਨ ਤੋਂ ਛੁਟਕਾਰਾ ਹੋ ਜਾਵੇਗਾ ਤੇਰਾ। ਲੋਕ ਲਾਜ ਕੋ ਤਿਆਗਨ ਕਹਿ, ਲੋਕ ਲੱਜਾਂਗੇ ਤਿਆਗਣਾ ਕਰੇਂਗੀ। ਇਸ ਪ੍ਰਕਾਰ ਕਰ ਕੈ ਕਿਰਤ ਸਾਰੀ, ਇਸ ਪ੍ਰਕਾਰ ਸਾਰੀ ਕਿਰਤ ਕਰਕੇ ਮਹਾ ਸਿੰਘ ਕੀ ਬਾਤ ਚਿਤਾਰੀ। ਭਾਈ ਮਹਾ ਸਿੰਘ ਦੇ ਬਚਨ ਜਿਹੜੇ ਸਨ ਉਹ ਚੇਤੇ ਕੀਤੇ। ਤੀਨੋ ਮਹਾ ਸਿੰਘ ਉਪਕਾਰਾ, ਮਹਾ ਸਿੰਘ ਨੇ ਬੜਾ ਭਾਰੀ ਅੱਜ ਪਰਉਪਕਾਰ ਕੀਤਾ ਹੈ। ਅਪਰਨਾ ਲੀਨਸ ਰਹੇ ਉਚਾਰਾ, ਹੋਰ ਅਸੀਂ ਬੜੇ ਬਚਨ ਕਹਿੰਦੇ ਰਹੇ, ਉਚਾਰਦੇ ਕਹਿੰਦੇ ਰਹੇ, ਉਹਨੇ ਹੋਰ ਕੁਝ ਵੀ ਨਹੀਂ ਲਿਆ। ਅਸੀਂ ਕਿਹਾ ਤੈਨੂੰ ਜਿਉਂਦਾ ਰੱਖ ਲਈਏ, ਅਸੀਂ ਕਿਹਾ ਅਸੀਂ ਨੁਰੰਗੇ ਨੂੰ ਜ਼ਫਰਨਾਮਾ ਲੈ ਕੇ ਭੇਜ ਦਿੱਤਾ, ਉਹਨੇ ਮਰ ਜਾਣਾ, ਤੈਨੂੰ ਇਹ ਦਿੱਲੀ ਦਾ ਤਖਤ ਦੇ ਦੇਈਏ। ਅਸੀਂ ਕਿਹਾ ਸਾਰੀ ਦੁਨੀਆ ਦਾ ਛਤਰ ਦੇ ਦੇਈਏ, ਸਵਰਗ ਦਾ ਰਾਜ ਦੇ ਦੇਈਏ, ਚਾਰ ਮੁਕਤੀਆਂ ਦੇ ਦੇਈਏ, ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਦੇਈਏ, ਸਭ ਕੁਝ ਕਹਿੰਦੇ ਰਹੇ। ਪਰ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਵਲਾਰੇ। ਰਾਜ ਦੀ ਲੋੜ ਨਹੀਂ, ਚਾਰ ਮੁਕਤੀਆਂ ਦੀ ਲੋੜ ਨਹੀਂ,
ਤੁਹਾਡੇ ਚਰਨ ਕਮਲਾਂ ਦੇ ਨਾਲ ਪ੍ਰੀਤੀ ਹਰ ਵੇਲੇ ਸੱਚੇ ਪਾਤਸ਼ਾਹ ਜੀ ਗੰਢੀ ਰਹੇ। ਮੇਲ ਲਈ ਟੂਟੀ ਸਭ ਸੰਗਤ, ਸਾਰੀ ਟੁੱਟੀ ਹੋਈ ਸੰਗਤ ਅੱਜ ਸਿੰਘ ਨੇ ਮੇਲ ਲਈ ਹੈ। ਭਈ ਪ੍ਰਵੇਸ਼ ਗੁਰੂ ਕੀ ਪੰਗਤ, ਸੋ ਗੁਰੂ ਕੀ ਪੰਗਤ ਦੇ ਵਿੱਚ ਸਾਰੇ ਪ੍ਰਵੇਸ਼ ਹੋ ਗਏ, ਮਿਲ ਗਏ। ਸੰਗੀ ਸਭਨ ਸੁਨਾਏ ਬਖਾਨਾ, ਸਾਰੇ ਸੰਗੀਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਣਾ ਕੇ ਇਹ ਬਚਨ ਕਿਹਾ। ਭਲੋ ਕਾਜ ਕੀਨ ਸਹਿਤ ਠਾਨਾ, ਬੜਾ ਪ੍ਰੇਮ ਧਾਰ ਕਰਕੇ ਗੁਰੂ ਕੇ ਪਿਆਰੇ ਭਾਈ ਮਾਨ ਸਿੰਘ ਨੇ ਬੜਾ ਭਲਾ ਕੰਮ ਕੀਤਾ ਹੈ, ਬੜਾ ਪਰਉਪਕਾਰ ਕੀਤਾ ਹੈ। ਗੁਰ ਸਿੱਖੀ ਕੀ ਬੜ ਬੁਨਿਆਦ, ਗੁਰੂ ਕੀ ਸਿੱਖੀ ਦੀ ਜੋ ਵੱਡੀ ਭਾਰੀ ਬੁਨਿਆਦ ਨਹੀਂ ਸੀ, ਬਿਗੜੀ ਗਈ ਹੁਤੀ ਸੋ ਬਾਦ, ਇਹ ਵਿਗੜ ਗਈ ਸੀ, ਵਿਅਰਥ ਹੋ ਗਈ ਸੀ। ਬਹੁਰ ਮਿਲਨ ਕੋ ਵਕਤ ਨਾ ਕੋਈ, ਫੇਰ ਮਿਲਣ ਵਾਸਤੇ ਕੋਈ ਸਮਾਂ ਨਹੀਂ ਸੀ ਮਿਲਣਾ। ਅਸੀਂ ਇੱਥੋਂ ਚਲੇ ਜਾਣਾ ਸੀ ਸੱਚਖੰਡ ਸਾਹਿਬ, ਆਪਣੇ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ, ਉੱਥੋਂ ਅਸੀਂ ਸੱਚਖੰਡ ਨੂੰ ਚਲੇ ਜਾਣਾ ਹੈ। ਜੇ ਹੁਣ ਨਾ ਮਿਲਦੇ ਤਾਂ ਹੋਰ ਕੋਈ ਮਿਲਦਾ ਮੌਕਾ ਨਹੀਂ ਸੀ। ਤੁਰਕਾਂ ਨੂੰ ਅਖੀਰੀ ਹਾਰ ਇੱਥੇ ਹੋ ਜਾਣੀ ਸੀ, ਮੁੜ ਕੇ ਤੁਰਕਾਂ ਨੇ ਸਾਡੇ ਤੇ ਚੜ੍ਹ ਕੇ ਨਹੀਂ ਆਉਣਾ, ਨਾ ਕਿਤੇ ਸੀਸ ਦੇਣ ਦਾ ਮੌਕਾ ਮਿਲਣਾ ਸੀ। ਸਿਰ ਦਿੱਤੇ ਤੋਂ ਬਿਨਾਂ ਟੁੱਟੀ ਗੰਢੀ ਨਹੀਂ ਸੀ ਜਾਣੀ। ਇਸ ਵਾਸਤੇ ਫਿਰ ਕੋਈ ਐਸਾ ਵਕਤ ਮਿਲਣਾ ਨਹੀਂ ਸੀ ਜਿਹੜਾ ਇਸ ਗੁਰਮੁਖ ਨੇ ਵਕਤ ਸੰਭਾਲ ਲਿਆ ਹੈ। ਪ੍ਰਾਨ ਦੇਨ ਲੋ ਕਬ ਕ੍ਰਿਤ ਹੋਈ, ਸੋ ਪ੍ਰਾਣ ਦੇਣ ਤੱਕ ਕਦੋਂ ਫਿਰ ਕਿਤੇ ਇਹੋ ਜੀ ਕਿਰਤ ਹੋ ਸਕਦੀ ਸੀ। ਉਨ ਐਸੋ ਹੋਵਨ ਉਪਕਾਰੀ, ਫਿਰ ਐਸਾ ਪਰਉਪਕਾਰੀ ਹੋਣਾ ਜੇ ਭਲਾ ਕੋਈ ਪ੍ਰਾਣ ਦੇ ਵੀ ਦਿੰਦਾ, ਆਪਣੇ ਵਾਸਤੇ ਲੈ ਲੈਂਦਾ, ਪਰਿਵਾਰ ਵਾਸਤੇ ਲੈ ਲੈਂਦਾ, ਨਹੀਂ ਐਸਾ ਪਰਉਪਕਾਰੀ ਸਾਰੇ ਦੇਸ਼ ਵਾਸਤੇ ਜਿਹੜਾ ਬਣਿਆ। ਤਾਜ ਨਿਜ ਹਿਤ ਇਹ ਬਾਤ ਸੁਧਾਰੀ, ਆਪਣੇ ਹਿੱਤ ਦੀ ਗੱਲ ਛੱਡ ਕਰਕੇ ਇਹ ਗੱਲ ਸੁਧਾਰ ਲਈ ਹੈ ਜਿਸ ਨੇ ਗੁਰ ਸਿੱਖੀ ਰੱਖੀ ਤਿਸ ਦੇਸ਼ੂ, ਇਸ ਦੇਸ਼ ਦੀ ਸਿੱਖੀ ਭਾਈ ਮਹਾਂ ਸਿੰਘ ਨੇ ਰੱਖ ਲਈ ਹੈ। ਉਤੇ ਕਦੀਮੀ ਸਿੱਖ ਅਸ਼ੇਸੂ, ਵਿਸ਼ੇਸ਼ ਕਰਕੇ ਪੁਰਾਤਨ ਸਿੱਖ ਵੀ ਬੜੇ ਭਾਰੀ ਸਨ ਮਾਝੇ ਦੇ ਵਿੱਚ, ਭਾਵੇਂ ਸ੍ਰੀ ਗੁਰੂ ਨਾਨਕ ਆਦਿਕ ਔਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਤੋਂ ਆਦ ਲੈ ਕਰਕੇ 8 ਸਤਿਗੁਰਾਂ 9 ਸਤਿਗੁਰਾਂ ਤੱਕ ਵਿਚਰੇ ਬਸੇ ਅਰਕ ਤਿਸ ਠੌਰ, ਸੋ ਵਿਚਰਦੇ ਰਹੇ ਤੇ ਵਸਦੇ ਰਹੇ ਤੇ ਸਥਾਨ ਦੇ ਵਿੱਚ। ਸੋ ਤੇ 8 ਸਤਿਗੁਰਾਂ ਦਾ ਅਵਤਾਰ ਹੀ ਮਾਝੇ ਦੇ ਵਿੱਚ ਹੋਇਆ ਹੈ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਐਸੀ ਕਿਰਪਾ ਕੀਤੀ, ਬਹੁਤਾ ਸਮਾਂ ਮਾਝੇ ਵਿੱਚ ਗੁਜ਼ਾਰਿਆ। ਰਹੇ ਨਹੀਂ ਸ੍ਰੀ ਖਡੂਰ ਸਾਹਿਬ ਦੇ ਵਿੱਚ ਬਾਬਾ ਝੰਡਾ ਸਿੰਘ ਜੀ ਕਹਿੰਦੇ ਜਦੋਂ ਸੇਵਾ ਕਰਵਾਇਆ ਕਰਦੇ, ਕਹਿੰਦੇ ਭਾਈ ਖਡੂਰ ਸਾਹਿਬ ਹੀ ਹਜ਼ੂਰ ਸਾਹਿਬ ਹੈ, ਸਿੰਘੋ ਇੱਥੇ ਹੀ ਸੇਵਾ ਕਰੋ। ਔਰ ਖਾਲਸਾ ਜੀ 8 ਸਤਿਗੁਰਾਂ ਦੇ ਚਰਨ ਸ੍ਰੀ ਖਡੂਰ ਸਾਹਿਬ ਵਿੱਚ ਪਏ ਹਨ, ਔਰ 9 ਸਤਿਗੁਰਾਂ ਦੇ ਚਰਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਏ ਹਨ। 9 ਸਤਿਗੁਰਾਂ ਦੇ ਚਰਨ, ਸੋ ਹੋਰ ਕੋਈ ਐਸਾ ਸਥਾਨ ਨਹੀਂ ਜਿੱਥੇ 9 ਸਤਿਗੁਰਾਂ ਦੇ ਚਰਨ ਪਏ ਹੋਣ। ਤਾਈਏ ਬਚਨ ਹਨ ਡਿਠੇ ਸਭੇ ਥਾਮ ਨਹੀਂ ਤੁਰ ਜੇਹਿਆ, ਬੱਧਾ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਦੂਸਰੇ ਦਰਜੇ ਦਾ ਸਥਾਨ ਸ੍ਰੀ ਖਡੂਰ ਸਾਹਿਬ ਹੈ, ਜਿੱਥੇ ਸਤਿਗੁਰੂ ਜੀ ਦੇ ਚਰਨ ਪਾਏ 8 ਸਤਿਗੁਰਾਂ ਨੇ। ਸਹੇ ਨਹੀਂ ਕਸਵੱਟੀ ਅਬ ਕੀ, ਕਹਿੰਦੇ ਹੁਣ ਦੀ ਜਿਹੜੀ ਕਸਵੱਟੀ ਸੀ ਖਾਲਸਾ ਜੀ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਹੁਣ ਦੀ ਕਸਵੱਟੀ ਕੁਛ ਕੁ ਲੋਕ ਸਹਾਰ ਨਾ ਸਕੇ। ਖਾਰਜ ਸਿੱਖੀ ਕੀਨ ਸਤਬ ਕੀ, ਤਦੋਂ ਤੋਂ ਲੈ ਕੇ ਇਹਨਾਂ ਨੇ ਸਿੱਖੀ ਤੋਂ ਆਪਣੇ ਆਪ ਨੂੰ ਖਾਰਜ ਕਰ ਲਿਆ। ਮਹਾ ਸਿੰਘ ਬਨ ਮਹਾ ਸਿੰਘ ਅਬ, ਸੋ ਮਹਾ ਸਿੰਘ ਨੇ ਹੁਣ ਮਹਾ ਵੱਡਾ ਭਾਰੀ ਸਿੰਘ ਸੂਰਮਾ ਯੋਧਾ ਹੁਣ ਬਣ ਕਰਕੇ ਵਰ ਲੈ ਦੇਸ਼ ਉਧਾਰ ਦਇਓ ਸਭ, ਇਹ ਵਰ ਲੈ ਕਰਕੇ ਸਾਰਾ ਦੇਸ਼ ਹੀ ਉਧਾਰ ਦਿੱਤਾ ਹੈ, ਟੁੱਟੀ ਗਨਾ ਲਈ ਹੈ। ਇਹ ਮਸ਼ਰੀ ਪ੍ਰਭ ਬਹੁ ਬਾਰ ਉਚਾਰੀ, ਇਹ ਬਚਨ ਸਤਿਗੁਰੂ ਜੀ ਨੇ ਬਹੁਤ ਵਾਰੀ ਉਚਾਰਨਾ ਕੀਤੇ ਹਨ, ਬਹੁਤ ਵਾਰੀ ਮਹਿਮਾ ਆਪਣੇ ਸਿੱਖ ਦੀ ਪੁੱਤਰ ਦੀ ਕਹਿ ਰਹੇ ਹਨ। ਟੂਟੀ ਮੇਲਨ ਬਾਤ ਚਿਤਾਰੀ, ਜੋ ਟੁੱਟੀ ਮੇਲਣ ਦੀ ਗੱਲ ਸੀ ਸਤਿਗੁਰੂ ਜੀ ਨੇ ਮੁੜ ਮੁੜ ਕੇ ਇਹ ਚੇਤੇ ਕੀਤੀ ਹੈ। ਭੂਤ ਭਵਿੱਖ ਵਿਚਾਰ ਪ੍ਰਸੰਗ, ਪਿਛਲੇ ਸਮੇਂ ਦਾ ਆਉਣ ਵਾਲੇ ਸਮੇਂ ਦਾ ਪ੍ਰਸੰਗ ਵਿਚਾਰ ਕਰਕੇ ਭਈ ਆਨੰਦ ਪ੍ਰਭੂ ਸਰਬੰਗ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਅੰਗਾਂ ਕਰਕੇ ਸੋ ਹਿਰਦੇ ਕਰਕੇ ਬੜੇ ਹੀ ਭਾਰੇ ਆਨੰਦ ਦੇ ਸਹਿਤ ਹੋਏ ਕਿ ਟੁੱਟੀ ਗੰਢਾ ਲਈ ਹੈ। ਅੱਗੇ ਵਾਸਤੇ ਇੱਥੇ ਆ ਕੇ ਇਸ਼ਨਾਨ ਕਰਕੇ ਮੁਕਤ ਹੋਇਆ ਕਰਨਗੇ। ਸੱਚੇ ਪਾਤਸ਼ਾਹ ਨੇ ਭੂਤ ਭਵਿੱਖ ਸਾਰੀ ਇਹ ਗੱਲ ਵਿਚਾਰ ਕਰਕੇ ਅੰਤਰਜਾਮੀ ਸਤਿਗੁਰੂ ਜੀ ਡਾਢੇ ਹੀ ਪ੍ਰਸੰਨ ਹੋਏ। ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੁਣ ਇੱਥੇ ਕਾਇਮ ਸੰਪੂਰਨ ਹੋਇਆ ਖਾਲਸਾ ਜੀ। ਸੋ ਆਪਾਂ ਵੀ ਮਨ ਵਿੱਚ ਗੁਰੂ ਕੇ ਪਿਆਰਿਓ ਫਿਰ ਵਿਚਾਰ ਕਰੀਏ, ਜੋ ਸਾਡੀ ਟੁੱਟੀ ਹੋਈ ਸੁਰਤ ਹੈ, ਟੁੱਟੀ ਹੋਈ ਲਿਵ ਹੈ, ਉਹ ਗੁਰੂ ਕੇ ਚਰਨਾਂ ਨਾਲ ਗੁਰੂ ਦਾ ਅੰਮ੍ਰਿਤ ਛਕ ਕੇ ਸਾਨੂੰ ਵਡਾਉਣੀ ਚਾਹੀਦੀ ਹੈ। ਸੋ ਸਿੰਘ ਹੋ ਕੇ ਜੇ ਕੋਈ ਦਾੜੀ ਮਨਾਵੇ, ਕੇਸ ਮਨਾਵੇ, ਤੰਬਾਕੂ ਤੱਕ ਚੱਬੇ, ਸ਼ਰਾਬਾਂ ਪੀਵੇ, ਗੰਦੇ ਸਿਨੇਮੇ ਵੇਖੇ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਵੀ ਕਿਸੇ ਨੂੰ ਗੁਰੂ ਮੰਨੇ, ਤੁਰਕੀ ਬਾਣੀ ਤੋਂ ਬਿਨਾਂ ਹੋਰ ਵੀ ਕੱਚੀਆਂ ਬਾਣੀਆਂ ਪੜ੍ਹ ਕੇ ਕੋਈ ਨਿਸ਼ਚਾ ਕਰੇ, ਐਦੋਂ ਵੱਡੀ ਸ਼ਰਮਿੰਦਗੀ ਦੀ ਗੱਲ ਹੋਰ ਕੋਈ ਨਹੀਂ। ਫਿਰ ਉਹਦੀ ਟੁੱਟ ਗਈ ਹੈ ਸਤਿਗੁਰੂ ਜੀ ਦੇ ਚਰਨਾਂ ਨਾਲੋਂ, ਫਿਰ ਕਦੇ ਨਹੀਂ ਗੰਢੀ ਜਾਣੀ। ਹੁਣ ਹੀ ਮੌਕਾ ਹੈ। ਖਾਲਸਾ ਜੀ ਭਾਈ ਮਹਾਂ ਸਿੰਘ ਨੇ ਤਾਂ ਉਸ ਮੌਕੇ ਤੇ ਕਲਗੀਧਰ ਸੱਚੇ ਪਾਤਸ਼ਾਹ ਨੂੰ ਜਿਨ੍ਹਾਂ ਨੇ ਬੇਦਾਵਾ ਦਿੱਤਾ, ਉਹਨਾਂ ਨੇ ਚਰਨਾਂ ਵਿੱਚ ਸੀਸ ਦੇ ਕੇ ਗੰਢਾ ਲਈ।
ਅੱਜ ਜਿਨ੍ਹਾਂ ਨੇ ਦਸਾਂ ਹੀ ਪਾਤਸ਼ਾਹੀਆਂ ਤੋਂ ਆਪਣੀ ਸਿੱਖੀ ਤੋੜ ਲਈ ਹੈ, ਜਿਨ੍ਹਾਂ ਦੀ ਟੁੱਟ ਗਈ ਹੈ, ਜੇ ਹੁਣ ਅੰਮ੍ਰਿਤ ਨਾ ਛਕਣਗੇ ਤਾਂ ਉਹ ਕਿਹੜੇ ਮੌਕੇ ਤੇ ਆਪਣੀ ਗੱਲ ਹੋਣਗੇ। ਇਸ ਵਾਸਤੇ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਸੈ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਅਨੇਕਾਂ ਜੂਨੀਆਂ, ਕੇਵਲ 84 ਲੱਖ ਜੂਨ ਹੀ ਨਹੀਂ, ਅਨੇਕਾਂ ਵਾਰੀ 84 ਲੱਖ ਜੂਨਾਂ ਪੜ ਕੇ ਆਵੇ, ਸਰਦਨਾ ਤੋਂ ਬਿਨਾਂ ਕਲਿਆਣ ਨਹੀਂ। ਫਿਰ ਪਾਏ ਮੁਕਤ ਲਾਗ ਚਰਣੀ, ਫਿਰ ਜੇ ਸਤਿਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗੇਗਾ ਫਿਰ ਮੁਕਤ ਪ੍ਰਾਪਤ ਕਰੇਗਾ। ਕਦੋਂ? ਸਤਿਗੁਰੂ ਸ਼ਬਦ ਸੁਣਾਏ, ਜਦੋਂ ਸਤਿਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਕੇ ਆਪਣੇ ਸ਼ਬਦ ਬਾਣੀ ਸੁਣਾਉਣਗੇ ਔਰ ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਣਗੇ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਸਤਿਗੁਰੂ ਜੀ ਤੋਂ ਬਿਨਾਂ ਕਲਿਆਣ ਨਹੀਂ ਪ੍ਰਾਪਤ ਹੋਣੀ। ਜਿੱਧਰ ਮਰਜੀ ਕੋਈ ਭਟਕ ਲਵੇ, ਭਰਮ ਲਵੇ। ਇਸ ਵਾਸਤੇ ਜਿਨ੍ਹਾਂ ਨੇ ਮੁਕਤ ਹੋਣਾ ਹੈ, ਜਿਨ੍ਹਾਂ ਨੇ ਟੁੱਟੀ ਘੰਡਾਉਣੀ ਹੈ, ਜਿਨ੍ਹਾਂ ਨੇ ਠੂਏ, ਸੱਪ, ਕਿਰਲੀਆਂ, ਬਿੱਲੇ ਤੇ ਖੋਤੇ ਕੁੱਤੇ ਇਹਨਾਂ ਜੂਨਾਂ ਵਿੱਚ ਨਹੀਂ ਪੈਣਾ, ਜਿਨ੍ਹਾਂ ਨੇ ਗੁਰੂ ਕੇ ਚਰਨਾਂ ਵਿੱਚ ਆਪਣਾ ਨਿਵਾਸ ਕਰਨਾ ਹੈ, ਉਹ ਗੁਰੂ ਕੇ ਪਿਆਰੇ ਭਾਈ ਜਿਨ੍ਹਾਂ ਨੇ ਹੁਣ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕਣ। ਦਾੜੇ ਕੇਸ ਮਨਾਉਣੋਂ ਹਟਣ, ਤੰਬਾਕੂ ਵਰਤਣੋਂ ਹਟਣ, ਕੁਰੈਤਾਂ ਚਾਹੁਣ ਤੋਂ ਬਚਣ। ਸੋ ਸਤਿਗੁਰੂ ਜੀ ਦੀ ਸਿੱਖੀ ਕਮਾ ਕੇ ਗੁਰੂ ਘਰ ਵਿੱਚ ਨਵਾਂ ਜਨਮ ਲੈ ਕੇ, ਸਤਿਗੁਰੂ ਕਾ ਜਨਮ ਹੈ ਗਵਣ ਮਿਟਾਇਆ। ਗੁਰੂ ਘਰ ਵਿੱਚ ਜਨਮ ਲੈਣ ਤੋਂ ਆਵਾਗਾਉਣ ਮਿਟ ਜਾਂਦਾ ਹੈ, 84 ਦਾ ਗੇੜਾ ਮਿਟਦਾ ਹੈ। ਲੋਕ ਪਰਲੋਕ ਵਿੱਚ ਉਜਲੇ ਮੁਖ ਵਾਲੇ ਹੋਈਏ। ਸੋ ਅਗਲੇ ਐਤਵਾਰ 8ਵੇਂ ਦਿਨ ਨੂੰ ਇੱਥੇ ਹੀ ਅੰਮ੍ਰਿਤ ਪ੍ਰਚਾਰ ਹੈ। ਅੰਮ੍ਰਿਤ ਛਕਣ ਵਾਸਤੇ ਜਿਹੜੇ ਹੁਣ ਤੱਕ ਬੇਅੰਮ੍ਰਿਤੀ ਹਨ ਤਿਆਰ ਹੋਣ, ਗੁਰੂ ਕੇ ਚਰਨਾਂ ਨਾਲ ਜਿਸ ਕਰਕੇ ਟੁੱਟੀ ਗੰਢੀ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਤੇ ਕਿਰਪਾ ਕਰਨ। ਮਹਾ ਸਿੰਘ ਬਨ ਮਹਾ ਸਿੰਘ ਅਬ, ਬਰ ਲੈ ਦੇਸ਼ ਉਧਾਰ ਦਇਓ ਸਭ। ਏਮ ਸ਼੍ਰੀ ਪ੍ਰਭ ਬਹੁ ਬਾਰ ਉਚਾਰੀ, ਟੂਟੀ ਮੇਲਨ ਬਾਤ ਚਿਤਾਰੀ। ਭੂਤ ਭਵਿਖ ਵਿਚਾਰ ਪ੍ਰਸੰਗ, ਭਏ ਆਨੰਦ ਪ੍ਰਭੂ ਸਰਬੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।